ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਸਦਕਾ ਜੋ ਜਾਪ ਸਾਹਿਬ ਬਾਣੀ ਦੇ ਪਾਠ ਸੰਪੂਰਨ ਹੋਏ ਨੇ। ਇਹ ਬਾਣੀ ਅੰਗ 1 ਤੋਂ ਲੈ ਕੇ 10 ਅੰਗ ਤੱਕ ਸੰਪੂਰਨ ਹੁੰਦੀ ਹੈ। 10ਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਨੰਬਰ 'ਤੇ ਪ੍ਰਥਮ ਬਾਣੀ ਆਉਂਦੀ ਅਤੇ 10ਵੇਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਪ੍ਰਧਾਨ ਬਾਣੀ ਹੈ। ਸਾਡੇ ਨਿਤਨੇਮ ਵਿੱਚ ਦੀ ਇਹ ਦੂਜੇ ਨੰਬਰ 'ਤੇ ਪੜ੍ਹੀ ਜਾਣ ਵਾਲੀ ਬਾਣੀ ਹੈ ਅਤੇ ਅੰਮ੍ਰਿਤ ਸੰਚਾਰ ਸਮੇਂ ਵੀ ਇਹ ਦੂਜੇ ਨੰਬਰ 'ਤੇ ਪੜ੍ਹੀ ਜਾਣ ਵਾਲੀ ਬਾਣੀ ਹੈ। ਇਹ ਬਾਣੀ ਦਾ ਜੋ ਮੰਗਲਾਚਰਨ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਿਸ ਪ੍ਰਕਾਰ ਆਪਾਂ ਨੇ ਪੜ੍ਹਿਆ, ਦਰਸ਼ਨ ਦਿਦਾਰੇ ਕੀਤੇ ਨੇ। ਇਸ ਵਿੱਚ ਸਾਧ ਸੰਗਤ ਜੀ ਪਹਿਲਾਂ ਛਪੈ ਛੰਦ, ਫਿਰ ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ। ਇਹਦੇ ਵਿੱਚ ਜੋ ਬਾਣੀ ਆਉਂਦੀ ਆ, ਛਪੈ ਛੰਦ ਆਉਂਦੇ, ਭੁਜੰਗ ਪ੍ਰਿਆਤ ਛੰਦ ਆਉਂਦੇ ਆ, ਚਾਚਰੀ ਛੰਦ ਆ, ਚਰਪਟ ਛੰਦ ਆ, ਰੁਆਲ ਛੰਦ ਆ, ਮਦਭਾਰ ਛੰਦ ਆ, ਭਗਵਤੀ ਛੰਦ 2 ਵਾਰ ਆਉਂਦਾ ਹੈ। ਇਹ ਇਸੇ ਪ੍ਰਕਾਰ ਹੀ ਰਸਾਵਲ ਛੰਦ ਆਉਂਦਾ, ਚਰਪਟ ਛੰਦ ਆਉਂਦਾ, ਭਗਵਤੀ ਛੰਦ 2 ਵਾਰੀ, ਹਰ ਬੋਲਬਾਲਾ ਛੰਦ 1 ਵਾਰੀ ਇਹ ਆਉਂਦਾ। ਫਿਰ ਅਖੀਰ 'ਤੇ ਜਿੱਥੇ ਭੁਜੰਗ ਪ੍ਰਿਆਤ ਛੰਦ ਆ, ਇਹ ਕਛਰੀ ਛੰਦ, ਇਹ ਸਮਾਪਤੀ ਇਹਦੀ ਭੁਜੰਗ ਪ੍ਰਿਆਤ ਛੰਦ 'ਤੇ ਹੁੰਦੀ ਹੈ, ਅਖੀਰਲਾ ਛੰਦ ਹੈ। ਸਾਰੇ ਛੰਦਾਂ ਦੇ ਜਿਹੜੇ ਅੰਕ ਆ 199 ਨੇ। ਕਈ ਥਾਈਂ ਦੇਖਿਆ, ਦਰਸ਼ਨ ਦਿਦਾਰੇ ਕੀਤੇ ਹੋਣਗੇ ਗੁਟਕੇ ਸਾਹਿਬਾਂ ਵਿੱਚ, ਕਈ ਕਿਤੇ 198 ਛੰਦ ਵੀ ਹੁੰਦੇ ਅਤੇ ਕਈਆਂ ਨੇ 200 ਵੀ ਕੀਤੇ, ਦੇਖੇ ਹੋਣਗੇ ਤੁਸੀਂ। ਪਰ ਸ਼ੁੱਧ ਜਿਹੜਾ ਉਹ 199 ਛੰਦ ਨੇ। ਸਤ ਸੰਗਤ ਜੀ, ਇਹਦੇ ਵਿੱਚ ਇਹ ਵੀ ਆਉਂਦਾ ਵਿਚਾਰ, ਅਤੇ ਇਹ ਮਹਾਰਾਜ ਨੇ ਪਹਿਲਾਂ ਵੀ ਬਾਣੀ ਉਚਾਰਨ ਕੀਤੀ ਜਦੋਂ ਸੱਚੇ ਪਾਤਸ਼ਾਹ ਪਹਿਲੇ ਸਰੂਪ ਵਿੱਚ ਦੁਸ਼ਟ ਦਮਨ ਸਰੂਪ ਵਿੱਚ ਸਨ, ਹੇਮਕੁੰਟ ਸਾਹਿਬ ਦੇ ਪਾਵਨ ਸਥਾਨ 'ਤੇ। ਉਦੋਂ ਵੀ ਇਹ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਆ ਪਰਮੇਸ਼ਰ ਦੀ ਉਸਤਤ ਵਿੱਚ। ਇਹਦੇ ਵਿੱਚ ਪਰਮੇਸ਼ਰ ਦੀ ਉਸਤਤ, ਅਕਾਲ ਪੁਰਖ ਦੀ ਉਸਤਤ ਅਤੇ ਪਰਮੇਸ਼ਰ ਜੀ ਨੂੰ ਨਮਸਕਾਰਾਂ ਹੀ ਨਮਸਕਾਰਾਂ ਹਨ। ਐਸੀ ਬਾਣੀ ਹੈ। ਤੋ ਆਓ, ਅਗਲੀ ਬਾਣੀ ਆ ਰਹੀ ਹੈ ਸ਼੍ਰੀ ਅਕਾਲ ਉਸਤਤ ਸਾਹਿਬ। ਇਹ 10ਵੇਂ ਗੁਰੂ ਗ੍ਰੰਥ ਸਾਹਿਬ ਦੇ 11 ਅੰਗ ਤੋਂ ਆਰੰਭ ਹੋਣੀ। ਸਾਧ ਸੰਗਤ ਜੀ, ਉਹ ਸਾਰੇ ਆਪਾਂ ਨਾਲ ਬੇਨਤੀ ਕਰੀ ਜਾਵਾਂਗੇ, ਕਿਉਂਕਿ ਵਿਚਾਰ ਨਾਲ ਹੀ ਗੱਲ ਹੋਈ। ਤੋ 11 ਅੰਗ ਆਪਣੀਆਂ ਪੋਥੀਆਂ ਦਾ ਕੱਢ ਲਈਏ ਅਤੇ ਸ਼ੁਰੂ ਕੀਤਾ ਜਾਵੇ ਪਾਠ। ਨਾਲ ਜੋ ਬੇਨਤੀ ਵਿਚਾਰ ਕਰੇ ਜਾਵਾਂਗੇ। ਹਾਂਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ 10ਵੀਂ। ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਦੀ ਰੱਛਿਆ ਹਮਨੈ। ਸਰਬ ਕਾਲ ਜੀ ਦੀ ਰੱਛਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਹਾਂਜੀ, ਇਹ ਜੋ ਧਿਆਨ ਰੱਖਣ ਵਾਲਾ ਸਾਡੇ ਲਈ ਜੋ ਪਹਿਲਾਂ ਆਇਆ, ਅਕਾਲ ਪੁਰਖ ਕੀ ਰੱਛਾ ਹਮਨੈ, ਪਹਿਲੀ ਪੰਗਤੀ ਰੱਛਾ ਨਾਲ ਆ, ਅਤੇ ਅੱਗੇ 3 ਵਾਰੀ ਰੱਛਿਆ। ਇਹ ਵੀ ਧਿਆਨ 'ਚ ਹੋਣਾ ਚਾਹੀਦਾ ਸਾਡੇ। ਅਕਾਲ ਪੁਰਖ ਕੀ ਰੱਛਾ ਹਮਨੈ, ਅੱਗੇ ਸਰਬ ਲੋਹ ਦੀ ਰੱਛਾ ਹਮਨੈ। ਅਤੇ ਅਗਲੀਆਂ ਪੰਗਤੀਆਂ ਵਿੱਚ ਆ ਸਰਬ ਕਾਲ ਜੀ ਦੀ ਰੱਛਾ ਹਮਨੈ। ਜੀ ਦੀ, ਪਹਿਲਾਂ ਲੋਹ ਦੀ, ਇਕੱਲਾ ਦੀ ਹੈ, ਫਿਰ ਜੀ ਦੀ, ਅਤੇ ਅਗਲੀ ਚੌਥੀ ਪੰਗਤੀ ਸਰਬ ਲੋਹ ਜੀ ਦੀ
ਸਦਾ ਰੱਛਿਆ ਹਮਨਾ। ਇਹ ਧਿਆਨ ਰੱਖਣਾ ਕਿ ਕਾਹਲੀ ਵਿੱਚ ਜਾਂ ਰੱਛੇ ਨਾ ਪੜ ਜਾਈਏ ਜਾਂ ਪਹਿਲੇ ਵੀ ਨੂੰ ਵੀ ਰੱਛਿਆ ਨਾ ਕਰ ਜਾਈਏ, ਇਹ ਧਿਆਨ ਰੱਖਣਾ ਯੋਗ ਆ ਜੀ। ਹਾਂਜੀ। ਆਗੈ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪਰਣਵੋ ਆਦ। ਇਹ ਇੱਥੇ ਵੀ ਦੱਸਿਆ ਜਾਂਦਾ ਵੀ ਅੱਗੇ ਬਾਣੀ ਨਿਰੰਤਰ ਸ਼ੁਰੂ ਹੋ ਜਾਂਦੀ ਹੈ। ਇਹ ਅਸੀਂ ਸਰਵਣ ਕਰਦੇ ਹਾਂ ਬਈ ਕਈ ਇਹ ਆਮ ਹੀ ਸੁਣਦੇ ਆ ਵੀ 52 ਲਿਖਾਰੀ ਗੁਰੂ ਪਾਤਸ਼ਾਹ ਦੇ ਕੋਲ ਕਵੀ ਜਨ ਬੜੇ ਗੁਰੂ 'ਤੇ ਹੁਕਮ ਅਨੁਸਾਰ ਆਦਰ ਪਾਉਂਦੇ ਸਨ। ਗੁਰੂ ਪਾਤਸ਼ਾਹ ਮਾਰੇ ਹਜ਼ੂਰ ਰਹਿੰਦੇ ਸਨ। ਅਤੇ ਸਾਡੇ ਕੋਲ ਜਿਹੜਾ ਲਿਖਤਾ ਆਪਣਾ ਸਟੀਕ ਆ ਉਹਦੇ 'ਚ 84 ਕਵੀਆਂ ਦਾ ਕਥਨ ਵੀ ਆਉਂਦਾ। ਉਹਦਾ ਭਾਵ ਇਹ ਵੀ ਆ ਵੀ ਮਹਾਰਾਜ ਜਿੱਥੇ ਕਵੀਆਂ ਤੋਂ ਜਿਹੜੀ ਕਵਿਤਾ ਕਰਾਉਂਦੇ ਉਹ ਹੋਰ ਆ, ਪਰ ਇਹ ਪਰਮੇਸ਼ਰ ਦੀ ਆਪਦੀ ਬਾਣੀ। ਇੱਥੇ ਜਣਾ ਲਿਖਣ ਜੇ ਇਹ ਵਿਚਾਰ ਵਾਲੀ ਗੱਲ ਆ ਗਿਆ ਲਿਖਾਰੀ ਕੇ ਦਸਖਤ। ਇਹਦੇ ਬਾਰੇ ਬੇਨਤੀ ਹੈ ਵੀ ਉਹ ਜਿਹੜੇ ਨਾ ਉੱਪਰਲੇ ਆ ਨਾ ਅੱਗੇ ਸੱਚੇ ਪਾਤਸ਼ਾਹ ਪਹਿਲਾਂ ਬਾਣੀ ਉਚਾਰਨ ਕਰੀ ਜਾਂਦੇ, ਭਾਈ ਮਨੀ ਸਿੰਘ ਸਾਹਿਬ ਜੀ ਲਿਖੀ ਜਾਂਦੇ ਨੇ ਪਰਣਮੁਆ ਦੇ ਕੰਕਾਰਾਂ ਤੋਂ ਸ਼ੁਰੂ ਕਰਕੇ, ਅਤੇ ਜਿਹੜੇ ਉੱਪਰਲੇ ਹੈ ਨਾ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹੋ ਦੀ ਰੱਛਾ ਹਮਨੈ, ਸਰਬ ਕਾਲ ਜੀ ਦੀ ਰੱਛਾ ਹਮਨੈ, ਸਰਬ ਲੋਹੋ ਜੀ ਦੀ ਸਦਾ ਰੱਛਾ ਹਮਨੈ, ਇਹ ਕਲਗੀਧਰ ਪਾਤਸ਼ਾਹ ਦੇ ਆਪਣੇ ਹੱਥੀਂ ਲਿਖੇ ਹੋਏ ਆ। ਅੱਗੇ ਮਹਾਰਾਜ ਭਾਈ ਆਪ ਗੁਰੂ ਪਾਤਸ਼ਾਹ ਜੀ ਲਿਖਾ ਰਹੇ ਨੇ, ਭਾਈ ਮਨੀ ਸਿੰਘ ਸਾਹਿਬ ਜੀ ਲਿਖ ਰਹੇ ਨੇ। ਉਹ ਜਿਹੜੇ ਦਸਖਤ ਆ ਨਾ ਉਹਨਾਂ ਦਾ ਭਾਵ ਉਹ ਉੱਪਰਲੀਆਂ ਪੰਕਤੀਆਂ ਗੁਰੂ ਪਾਤਸ਼ਾਹ ਨੇ ਆਪ ਆਪਣੇ ਹਸਤ ਕਮਲਾਂ ਨਾਲ, ਮੁਬਾਰਕ ਹਸਤ ਕਮਲਾਂ ਨਾਲ ਲਿਖੀਆਂ ਸਨ। ਅੱਗੇ ਜਿਹੜੇ ਮਹਾਰਾਜ ਆਪ ਉਚਾਰਨ ਕਰੀ ਜਾਂਦੇ ਨੇ ਅਤੇ ਗੁਰੂ ਪਾਤਸ਼ਾਹ ਦੇ ਸਿੱਖ ਪਿਆਰੇ ਭਾਈ ਮਨੀ ਸਿੰਘ ਸਾਹਿਬ ਜੀ ਆਦਿਕ ਇਹ ਬਾਣੀ ਲਿਖ ਰਹੇ ਨੇ। ਹਾਂਜੀ, ਪੜ੍ਹੋ। ਆਗੈ ਲਿਖਾਰੀ ਕੇ ਆਗੈ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪਰਣਵੋ ਆਦ ਏਕੰਕਾਰਾ। ਇਹਦਾ ਜੇ ਵਿਸਰਾਮ ਲਾਉਣਾ ਹੋਵੇ ਪ੍ਰਣਵੋ ਆਦ ਏਕੰਕਾਰਾ। ਪ੍ਰਣਵੋ ਆਦ ਏਕੰਕਾਰਾ ਜਲ ਥਲ ਮਹੀਲ ਕੀਓ ਪਸਾਰਾ। ਆਦ ਪੁਰਖ ਅਵਗਤ ਅਬਨਾਸੀ ਲੋਕ ਚਤੁਰਦਾਸ ਜੋਤ ਪ੍ਰਕਾਸ਼ੀ। ਲੋਕ ਚਤੁਰਦਾਸ ਤੇ ਵਿਸਰਾਮ। ਹਾਂਜੀ। ਲੋਕ ਚਤੁਰਦਾਸ ਜੋਤ ਪ੍ਰਕਾਸ਼ੀ। ਹਸਤ ਕੀਟ ਕੇ ਬੀਚ ਸਮਾਨਾ। ਰਾਵ ਰੰਕ ਜੇਹ ਇਕ ਸਰ ਜਾਨਾ। ਰਾਵ ਰੰਕ ਇੱਥੇ ਵਿਸਰਾਮ ਲਾ ਕੇ ਜੇਹ ਇੱਕ ਸਰ ਜਾਨਾ। ਰਾਵ ਰੰਕ ਜੇਹ ਇਕ ਸਰ ਜਾਨਾ। ਅਦਵੈ ਅਲਖ ਪੁਰਖ ਅਭਿਗਾਮੀ। ਸਭ ਘਟ ਘਟ ਕੇ ਅੰਤਰ ਜਾਮੀ। ਅਲਖ ਰੂਪ ਅਛੈਨ ਭੇਖਾ। ਰਾਗ ਰੰਗ ਜੇਹ ਰੂਪ ਨਾ ਰੇਖਾ। ਇਹ ਧਿਆਨ ਦੇਣ ਯੋਗ ਆ ਜੀ। ਪਾਠ ਹੋਏ ਵੀ ਸ਼ੁੱਧ ਨੇ। ਅਲਖ ਰੂਪ ਅਛੈ ਅਨਭੇਖਾ। ਅੱਛਾ ਪਾਠ ਨਹੀਂ ਕਰਨਾ। ਕਈ ਵਾਰੀ ਸ਼ਾਇਦ ਤੁਹਾਡੇ ਕੋਲ ਅਧਿਕ ਤਾਂ ਲੱਗਿਆ ਸੀ ਅੱਛਾ ਤੇ ਨਹੀਂ। ਜੇ ਅਧਿਕ ਹੋਵੇ ਤਾਂ ਉਹ ਪੁਰਾਣੇ ਸਰੂਪਾਂ ਵਿੱਚ ਅਧਿਕ ਜਾਂ ਔਂਕੜ ਉਹ ਪਦਛੇਦ ਕਰਨ ਵਾਸਤੇ ਲੱਗੇ ਹੁੰਦੇ ਸਨ। ਉਹਦਾ ਭਾਵ ਦਾ ਵੀ ਪਦਛੇਦ ਕਰਨਾ, ਵੱਖ ਕਰਨਾ। ਅਤੇ ਇਹ ਪਾਠ ਉਚਾਰਨ ਅਛੈ ਆ, ਪੁੱਲਾ ਪਾਠ ਕਰਨਾ। ਅਨਭੇਖਾ ਕੱਸ ਕੇ ਅਤੇ ਅੱਗੇ ਰਾਗ ਰੰਗ ਜਿਹੇ ਰੂਪ ਨਾ ਰੇਖਾ। ਰੇਖਾ ਪਾਠ ਜਿਹੜਾ ਇਹ ਪੋਲਾ ਕਰਨਾ। ਅਨਭੇਖਾ ਕੱਸ ਕੇ ਰੇਖਾ ਪੋਲਾ ਜਿਹਾ ਪਾਠ ਕਰਨਾ। ਹਾਂਜੀ, ਫਿਰ ਪੜ੍ਹ ਦਿਓ। ਅਲਖ ਰੂਪ ਅਛੈਨ ਭੇਖਾ। ਰਾਗ ਰੰਗ ਜੇਹ ਰੂਪ ਨ ਰੇਖਾ। ਬਰਨ ਚਿਹਨ ਸਭ ਹੂੰ ਤੇ ਨਿਆਰਾ। ਆਦ ਪੁਰਖ ਅਦਵੈ ਅਬਿਕਾਰਾ। ਬਰਨ ਚਿਹਨ ਜੇਹ ਜਾਤ ਨਾ ਪਾਤਾ। ਸਤਰ ਮਿੱਤਰ ਜੇਹ ਤਾਤ ਨਾ ਮਾਤਾ। ਇਹ ਵੀ ਧਿਆਨ ਰੱਖਣਾ ਜਿਵੇਂ ਉਚਾਰਨ ਹੋਇਆ। ਬਰਨ ਚਿਹਨ ਜੇਹ ਜਾਤ ਨਾ ਪਾਤਾ ਕੱਸ ਕੇ। ਸਤਰ ਮਿੱਤਰ, ਇਹਦਾ ਵਿਸਰਾਮ ਵੀ ਸਤਰ ਮਿੱਤਰ 'ਤੇ ਲੱਗਣਾ। ਸਤਰ ਮਿੱਤਰ ਜੇਹ ਤਾਤ ਨਾ ਮਾਤਾ। ਮਾਤਾ ਪੋਲਾ ਪਾਠ ਕਰਨਾ ਜੀ। ਚਲੋ ਜੀ। ਬਰਨ ਚਿਹਨ ਜੇਹ ਜਾਤ ਨਾ ਪਾਤਾ। ਸਤਰ ਮਿੱਤਰ ਜੇਹ ਤਾਤ ਨਾ ਮਾਤਾ। ਸਭ ਤੇ ਦੂਰ ਸਭਨ ਤੇ ਨੇਰਾ। ਜਲ ਥਲ ਮਹੀਲ ਜਾਹਿ ਬਸੇਰਾ। ਅਨਹਦ ਰੂਪ ਅਨਾਹਦ ਬਾਣੀ। ਚਰਨ ਸਰਨ ਜੇਹ ਬਸਤ ਭਵਾਨੀ। ਹਾਂਜੀ, ਬਾਣੀ ਪੋਲਾ ਜਿਹਾ ਪਾਠ ਅਤੇ ਭਵਾਨੀ ਕੱਸ ਕੇ ਵਿਸਰਾਮ ਵਿੱਚ ਲੱਗਣੇ। ਅਨਹਦ ਰੂਪ, ਰੂਪ ਦੇ ਵਿਸਰਾਮ।
ਅਨਾਹਦ ਬਾਣੀ ਚਰਨ ਸਰਨ, ਸਰਨ ਦੇ ਵਿਸਰਾਮ ਲਾ ਕੇ ਜਿਹ ਬਸਤ ਭਵਾਨੀ, ਭਵਾਨੀ ਕੱਸ ਕੇ ਬਾਣੀ ਪੋਲਾ ਪਾਠ ਕਰਨਾ ਜੀ। ਹਾਂ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੇਹ ਬਸਤ ਭਵਾਨੀ ਬ੍ਰਹਮਾ ਬੈਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ। ਇਸੇ ਜੀ ਨੇਤ ਨੇਤ ਨੂੰ ਸਿਹਾਰੀਆਂ ਲੱਗੀਆਂ ਤੁਹਾਡੇ ਕੋਲ ਲੱਗੀਆਂ? ਨਹੀਂ। ਅੱਛਾ, ਨੇਤ ਨੇਤ ਤੱਤੇ ਨੂੰ ਸਿਹਾਰੀ ਇਹ ਪੁਰਾਤਨ ਸਰੂਪਾਂ ਵਿੱਚ ਕਿਤੇ ਕਿਤੇ ਮਿਲ ਜਾਂਦੀ, ਹੋਰ ਦਸਮ ਬਾਣੀ ਵਿੱਚ ਆਉਂਦੀਆਂ ਘੱਟ। ਪਰ ਇੱਥੇ ਜਿਹੜੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਛਪੇ ਆ ਭਾਗ ਸੰਚੀਆਂ, ਉਹਨਾਂ ਵਿੱਚ ਸਿਹਾਰੀਆਂ ਲਾ ਦਿੱਤੀਆਂ ਗਈਆਂ, ਜਾਂ ਉਹਨਾਂ ਨੇ ਕਿਸੇ ਨੂੰ ਕਿਤੇ ਉਹਨਾਂ ਨੂੰ ਮਿਲ ਗਈਆਂ ਕੁਤਬ ਸਿੰਘ ਸਾਹਿਬਾਨ ਨੂੰ, ਅਤੇ ਜਾਂ ਮਤਲਬ ਉਹਨਾਂ ਨੇ ਅਰਥ ਬੋਧ ਨੂੰ ਮੁੱਖ ਰੱਖਦਿਆਂ ਹੋਏ ਲਾਈਆਂ ਨੇ। ਕਈਆਂ ਸਟੀਕਾਂ ਵਿੱਚ ਵੀ ਇੱਥੇ ਸਿਹਾਰੀਆਂ ਲੱਗੀਆਂ ਹੋਈਆਂ ਦਰਸ਼ਨ ਕੀਤੇ ਨੇ, ਪਰ ਜਿਹੜੇ ਅਰਥ ਬੋਧ ਉਹ ਸਿਹਾਰੀਆਂ ਲਾ ਕੇ ਹੀ ਬਣਨਾ। ਜਾਂ ਤਾਂ ਉਹਨੇ ਅਰਥ ਬੋਧ ਨੂੰ ਮੁੱਖ ਰੱਖਦਿਆਂ, ਅਗਰ ਉਹਨਾਂ ਨੇ ਬਹੁਤ ਸਾਰੇ ਸਰੂਪਾਂ ਦੇ ਉਹ ਲਿਖਿਆ ਵੀ 80 ਸਰੂਪਾਂ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ, ਅਤੇ ਹੋ ਸਕਦਾ ਕਿਸੇ ਸਰੂਪ ਵਿੱਚ ਇਹਨਾਂ ਨੂੰ ਇਹ ਸਿਹਾਰੀਆਂ ਜ਼ਰੂਰ ਮਿਲੀਆਂ ਹੋਣਗੀਆਂ, ਤਾਂ ਉਹਨਾਂ ਨੇ ਇੱਥੇ ਨੇਤ ਨੇਤ ਜਾਪ ਸਾਹਿਬ ਵਿੱਚ ਹੀ ਲੱਗੀਆਂ ਸਿਹਾਰੀਆਂ, ਇੱਥੇ ਵੀ ਲਾਈਆਂ ਹੋਈਆਂ ਨੇ। ਅਤੇ ਅੱਗੇ ਵੀ ਮੈਂ ਇਹਨਾਂ ਦੇ ਭਾਗਾਂ ਦੇ ਦਰਸ਼ਨ ਦਿਦਾਰੇ ਕੀਤੇ ਆ, ਅਤੇ ਅੱਗੇ ਜਿੱਥੇ ਨੇਤ ਨੇਤ ਇਹ ਆਏਗਾ ਲਫ਼ਜ਼ ਉੱਥੇ ਸਿਹਾਰੀਆਂ ਲਾਈਆਂ ਹੋਈਆਂ ਨੇ। ਇੱਥੇ ਵੀ ਨੇਤ ਨੇਤ ਵਿਸਰਾਮ ਵੀ ਇੱਥੇ ਹੈ, ਮੁੱਖ ਚਾਰ ਬਤਾਇਓ। ਹਾਂਜੀ ਚਲੋ। ਬ੍ਰਹਮਾ ਬੈਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ। ਕੋਟ ਇੰਦਰ ਉਪਿੰਦਰ ਬਣਾਏ ਕੋਟ ਇੰਦਰ ਉਪ ਇੰਦਰ, ਉਪਿੰਦਰ ਨਹੀਂ ਕਰ ਜਾਣਾ। ਜੇ ਉਪਿੰਦਰ ਕਵਾਂਗੇ ਫਿਰ ਪੱਪੇ ਸਾਰੀ ਲੱਗ ਜਾਏ, ਊੜਾ ਕੱਟਿਆ ਜਾਵੇਗਾ। ਨਹੀਂ, ਇਹ ਹੈਗਾ ਕੋਟ ਇੰਦਰ ਉਪ ਇੰਦਰ ਬਣਾਏ, ਉਪ ਇੰਦਰ। ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਜ ਮਿਲਾਇਓ। ਇਹ ਬਹੁਰ ਤੇ ਵਿਸਰਾਮ ਲਾ ਕੇ ਬਹੁਰ ਆਪ ਹੀ ਬੀਜ ਮਿਲਾਇਓ, ਬਹੁਰ ਆਪ ਹੀ ਬੀਜ ਮਿਲਾਇਓ। ਦਾਨਵ ਦੇਵ ਫਨਿੰਦ ਅਪਾਰਾ ਗੰਧਰਬ ਜਛ ਰਚੈ ਸੁਭ ਚਾਰਾ। ਗੰਧਰਬ ਗੰਧਰਬ ਜਛ ਰਚੈ ਸੁਭ ਚਾਰਾ। ਗੰਧਰਬ ਜਛ ਰਚੈ ਸੁਭ ਚਾਰਾ ਭੂਤ ਭਵਿਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ। ਠੀਕ ਹੈ, ਸ਼ਾਬਾਸ਼। ਜਿਵੇਂ ਪਾਠ ਹੋਇਆ ਕਹਾਣੀ ਪੋਲਾ ਜਾ ਅਤੇ ਜਾਨੀ ਕੱਸ ਕੇ, ਭੂਤ ਭਵਿੱਖ ਭਵਾਨ ਕਹਾਣੀ ਘਾਟ ਘਾਟ ਕੇ। ਇਹ ਘਾਟ ਘਾਟ ਪੋਲਾ ਜਾ, ਪਟ ਪਟ ਵੀ ਪੋਲਾ ਹੈ। ਘਾਟ ਘਾਟ ਕੇ ਪਟ ਪਟ ਕੀ ਜਾਨੀ ਕੱਸ ਕੇ। ਹਾਂ ਚਲੋ ਅੱਗੇ ਜੀ। ਤਾਤ ਮਾਤ ਜੇਹ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਬੀਚ ਸਮਾਨਾ। ਸਰਬ ਜੋਤ ਕੇ ਤੇ ਵਿਸਰਾਮ, ਸਰਬ ਜੋਤ ਕੇ ਵੈਸੇ ਦੇਹਲੀ ਦੇਵਕ ਹੁੰਦਾ ਕੇ ਨੂੰ ਜਿੱਦਣ ਮਰਜ਼ੀ ਲਾ, ਪਰ ਇੱਥੇ ਸਰਬ ਜੋਤ ਕੇ ਤੇ ਵਿਸਰਾਮ ਲਾ ਕੇ ਬੀਚ ਸਮਾਨਾ। ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ। ਇੱਥੇ ਸਭ ਹੂੰ ਸਭ ਹੂੰ ਸਰਬ ਠੌਰ ਪਹਿਚਾਨਾ। ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ। ਜਾਤ ਪਾਤ ਜੇਹ ਚਿਹਨ ਨ ਬਰਨਾ ਅਵਗਤ ਦੇਵ ਅਸ਼ੈ ਅਨ ਭਰਮਾ। ਹਾਂ ਜੀ, ਅਸ਼ੈ ਜੋ ਛਲਿਆ ਨਹੀਂ ਜਾਂਦਾ ਅਤੇ ਭਰਮਾਂ ਵਿੱਚ ਨਹੀਂ ਆਉਂਦਾ, ਭਰਮਾਂ ਤੋਂ ਰਹਿਤ ਹੈ ਐਸਾ ਪਰਮੇਸ਼ਰ। ਅਵਗਤ ਦੇਵ ਅਸ਼ੈ ਪਾਠ ਕਰਨਾ, ਅਸ਼ੈ ਅਨਭਰਮਾ। ਅਵਗਤ ਦੇਵ ਅਸ਼ੈ ਅਨਭਰਮਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ। ਏਕ ਚਿਤ ਜਿਹ ਇਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨ ਆਇਓ ਤਬ ਪ੍ਰਸਾਦ ਕਬਿਤ। ਕਈ ਛਾਪਿਆਂ 'ਚ ਆਉਂਦਾ ਪਾਠ ਕਾਲ ਫਾਂਸ ਕੇ ਬੀਚ ਨਾ ਆਇਓ ਬਿੰਦੀ ਨਾਲ, ਪਰ ਬਿੰਦੀ ਨਾਲ ਨਹੀਂ ਉਚਾਰਨ ਕਰਨਾ। ਪਾਠ ਜਿਹੜਾ ਹੈ ਬਿੰਦੀ ਤੋਂ ਰਹਿਤ ਹੈ। ਕਾਲ ਫਾਸ ਕੇ ਬੀਚ ਨਾ ਆਇਓ, ਇਹ ਅਸੀਂ ਪਾਠ ਦੇਖਿਆ। ਇਹ ਜਿਹੜੇ ਆਪਣੇ ਮਹਾਂਪੁਰਸ਼ਾਂ ਵੱਲੋਂ, ਮਹਿਰੋਂ ਵਾਲਿਆਂ ਵੱਲੋਂ, ਬਾਬਿਆਂ ਵੱਲੋਂ ਛਪਾਏ ਗਏ ਸੀ ਭਾਗ। ਮਹਾਂਪੁਰਸ਼ ਬਾਬਾ ਤੇਜਾ ਸਿੰਘ ਜੀ, ਨਿਹੰਗ ਸਿੰਘ ਸਾਹਿਬ, ਉਹਨਾਂ ਨੂੰ ਸਦਾਈ ਹੋਈ ਉੱਥੇ ਬਿੰਦੀ ਇੱਥੇ ਨਹੀਂ ਹੈ। ਅਤੇ ਜੋ ਸਟੀਕ ਛਪਿਆ ਜਾਂ ਉਸ ਤੋਂ ਪਹਿਲਾਂ ਵੀ
ਨਾਰਾਇਣ ਸਿੰਘ ਹੋਰਾਂ ਦਾ, ਪੰਡਤ ਨਾਰਾਇਣ ਸਿੰਘ ਜੀ ਉਹਨਾਂ ਦਾ ਸਟੀਕ ਆ, ਉਹਦੇ ਵਿੱਚ ਵੀ ਇੱਥੇ ਬਿੰਦੇ ਨਹੀਂ ਆਉਂਦੇ। ਪਰ ਕਈਆਂ ਦੇ ਇੱਥੇ ਬਿੰਦੇ ਦੇਖੇ ਆ, ਕੋਈ ਦਰਸ਼ਨ ਕਰਨ ਨੂੰ ਮਿਲ ਜਾਂਦੇ, ਪਰ ਉਹ ਬਿੰਦੇ ਨਹੀਂ ਇੱਥੇ। ਫਾਂਸ ਪਾਠ ਨਹੀਂ, ਕਾਲ ਫਾਸ ਫਾਸ ਪਾਠ ਕਰਨਾ। ਕਾਲ ਫਾਸ ਕੇ ਬੀਚ ਨਾ ਆਇਓ, ਫਿਰ ਪੜ੍ਹ ਦਿਓ ਇੱਕ ਚਿੱਤ। ਏਕ ਚਿਤ ਜਿਹ ਇਕ ਛਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਤਬ ਪ੍ਰਸਾਦ ਕਬਿਤ ਕਤਹੂੰ ਸੁਚੇਤ ਹੋਇ ਕੈ ਚੇਤਨਾ ਗੋਚਾਰ ਕੀਓ। ਕਤਹੂੰ ਅਚਿੰਤ ਹੋਇ ਕੈ ਸੋਵਤ ਅਚੇਤ ਹੋ। ਹਾਂਜੀ, ਇਹ ਜਿਹੜੇ ਕਵਿਤਾ ਇਹਦੇ ਵਿੱਚ ਤਕਰੀਬਨ 2 ਵਿਸਰਾਮ ਆਉਣੇ ਆ, ਕਈ ਵਾਰੀ 3 ਵੀ ਆਉਣਗੇ। ਅਤੇ ਇਹਦੇ ਬਾਰੇ ਬੇਨਤੀ ਕਰ ਦਈਏ, ਵੱਡਾ ਵਿਸਰਾਮ ਪੰਗਤੀ ਦੇ ਮੱਧ ਵਿੱਚ ਜਾ ਕੇ ਆਉਂਦਾ, ਭਾਵ ਪੰਗਤੀ ਦੇ ਵਿਚਾਲੇ ਜਾ ਕੇ ਆਉਂਦਾ। ਅਤੇ ਵਿਸਰਾਮ ਤੋਂ ਪਹਿਲਾਂ ਜੋ ਛੋਟਾ ਵਿਸਰਾਮ ਦਾ ਉਹਨੂੰ ਕਹਿੰਦੇ ਸੰਪਰਦਾ ਵਿੱਚ ਜਮਕੀ। ਜਮਕੀ, ਫਿਰ ਵਿਸਰਾਮ, ਫਿਰ ਉਸ ਤੋਂ ਬਾਅਦ ਜੋ ਵਿਸਰਾਮ ਦਾ ਉੱਥੋਂ ਛੋਟਾ ਉਹਨੂੰ ਕਹਿੰਦੇ ਠਮਕੀ। ਜਮਕੀ, ਵਿਸਰਾਮ, ਅਤੇ ਉਸ ਤੋਂ ਬਾਅਦ ਠਮਕੀ, ਅਤੇ ਫਿਰ ਫੁੱਲ ਸਟਾਪ, ਹੱਦਾਂ। ਇਸ ਪ੍ਰਕਾਰ ਉਹ ਨਾਲ ਕਿਤੇ ਦੱਸਿਆ ਵੀ ਜਾਵੇਗਾ, ਪਰ ਇਹ ਸਮਝ ਆ ਰਹੀ ਆ, ਅਤੇ ਜੇ ਲੋੜ ਪਈ ਦੱਸਿਆ ਜਾਵੇਗਾ। ਹਾਂ, ਕਤਹੂੰ ਭਿਖਾਰੀ ਹੋਇ ਕੈ ਮਾਂਗ। ਉੱਥੋਂ ਲੱਗੋ ਭਾਈ। ਹਾਂਜੀ। ਕਤਹੂੰ ਸੁਚੇਤ ਹੋਇ ਕੈ ਚੇਤਨਾ ਗੋਚਾਰ ਕੀਓ। ਕਤਹੂੰ ਅਚਿੰਤ ਹੋਇ ਕੈ ਸੋਵਤ ਅਚੇਤ ਹੋ। ਕਤਹੂੰ ਭਿਖਾਰੀ ਹੋਇ ਕੈ ਮਾਂਗਤ ਫਿਰਤ ਭੀਖ। ਕਹੂੰ ਮਹਾਦਾਨ ਹੋਇ ਕੈ ਮਾਂਗਿਓ ਧਨ ਦੇਤ ਹੋ। ਇਹ ਜਿਵੇਂ ਕਤਹੂੰ ਭਿਖਾਰੀ ਹੋਇ ਕੈ, ਇੱਥੇ ਜਮਕ ਲੱਗਣੀ ਆ। ਮਾਂਗਤ ਫਿਰਤ ਭੀਖ ਵਿਸਰਾਮ। ਕਹੂੰ ਮਹਾਦਾਨ ਹੋਇ ਕੈ ਠਮਕ। ਮਾਂਗਿਓ ਧਨ ਦੇਤ ਹੋ। ਇਸ ਪ੍ਰਕਾਰ ਨੇ। ਕਤਹੂੰ ਭਿਖਾਰੀ ਹੋਇ ਕੈ ਮਾਂਗਤ ਫਿਰਤ ਭੀਖ। ਕਹੂੰ ਮਹਾਦਾਨ ਹੋਇ ਕੈ ਮਾਂਗਿਓ ਧਨ ਦੇਤ ਹੋ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਕਹੂੰ ਮਹਾਰਾਜਨ ਕੋ, ਇੱਥੇ ਜਮਕ ਲੱਗਣੀ ਆ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਵਿਸਰਾਮ। ਕਹੂੰ ਮਹਾਰਾਜਨ ਤੇ ਜਮਕ ਸ਼ੀਨ ਛਿਤ ਲੇਤ ਹੋ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਕਹੂੰ ਵੇਦ ਰੀਤ ਕਹੂੰ ਦਸ ਵਿਪਰੀਤ। ਕਹੂੰ ਤਿਰਗੁਣ ਅਤੀਤ ਕਹੂੰ ਸੁਰਗਨ ਸਮੇਤ ਹੋ। ਇਹ ਜਿਹੜੀ ਚਾਲ ਨਾ ਕਵਿਤਾ ਦੇ ਖੜਨਾ ਨਹੀਂ, ਇਹ ਤਾਂ ਕਵਿਤ ਅਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਆਦਿ ਵਿੱਚ ਉਹ ਆਉਂਦੇ ਸਵਈਆਂ ਦੀ ਚਾਲ। ਕਈ ਜਿੱਥੇ ਤਿਉਹਾਰਾਂ ਦੇ ਵਧੀਕ ਹੁੰਦਾ, ਉੱਥੇ ਪਾਠ ਜਿੰਨਾ ਮਰਜ਼ੀ ਅਸੀਂ ਲਮਕਾ ਸਕਦੇ ਹਾਂ, ਪਰ ਸਵਈਆਂ ਵਿੱਚ ਪਾਠ ਫਿਰ ਲਮਕਾਇਆ ਨਹੀਂ ਜਾਂਦਾ। ਉਹ ਚਾਲ ਹੀ ਐਸੀ ਹੈ। ਅਤੇ ਕਈ ਉੱਥੇ ਵਿਚਾਰਿਆਂ ਨੂੰ ਜੇ ਨਹੀਂ ਪੜ੍ਹਨਾ ਆਉਂਦਾ, ਫਿਰ ਵੈਣ ਜੇ ਪਾਈ ਜਾਂਦੇ ਨੇ। ਇੱਥੇ ਵੀ ਇਹ ਪਾਠ ਇਹ ਚਲੰਤ ਹੀ ਰਵੇ, ਫਿਰ ਸੋਹਣਾ ਲੱਗੇ। ਚਾਲ ਹੀ ਐਸੀ ਹੈ। ਕਿੱਥੇ ਸੀਗਾ ਪਾਠ ਛੱਡਣ? 11 ਨਾ ਇੱਥੇ। ਹਾਂਜੀ, ਹਾਂ, ਪੜ੍ਹੀਏ। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ। ਕਹੂੰ ਧਿਰ ਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਹੂੰ ਜਾਛਾ ਗੰਧਰਵ ਉਰਗ। ਕਹੂੰ ਵਿਦਿਆ ਧਰ। ਕਹੂੰ ਭਏ ਕਿੰਨਰ ਪਿਸਾਚ। ਕਹੂੰ ਪ੍ਰੇਤ ਹੋ। ਕਹੂੰ ਹੋਇ ਕੈ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ। ਕਹੂੰ ਹੋਇ ਕੈ ਤੁਰ ਕਾ ਪੁਕਾਰੇ ਬਾਂਗ ਦੇਤ ਹੋ। ਕਹੂੰ ਕੋਕ ਕਾਵ ਹੋਇ ਕੈ ਪੁਰਾਨ ਕੋ ਪੜਤ ਮਤ। ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ। ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਹੂੰ ਦੇਵਤਾਨ ਕੇ ਦੀਵਾਨ ਮੈਂ ਵਿਰਾਜਮਾਨ। ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ। ਕਹੂੰ ਇੰਦਰ ਪਦਵੀ ਛਿਪਾਏ ਚੀਨ ਲੇਤ ਹੋ। ਕਤਹੂੰ ਵਿਚਾਰ ਕੋ ਵਿਚਾਰਤ ਹੋ। ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ। ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕੇ ਵਿਚਾਰੀ। ਕਹੂੰ ਮਾਰਤ ਆਹਾਰੀ ਕਹੂੰ ਨਾਰ ਕੇ ਨਿਕੇਤ ਹੋ। ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ। ਕਹੂੰ ਮੰਗਲਾ ਮੇਡਾਨੀ ਕਹੂੰ ਸਿਆਮ ਕਹੂੰ ਸੇਤ ਹੋ। ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ। ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ। ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਹਾਂਜੀ, ਇਸ ਪ੍ਰਕਾਰ ਇੱਕ ਕਵਿਤ ਦੀ ਚਾਲ ਹੁੰਦੀ ਜੀ।
ਚਲੋ ਪੜੋ। ਕਹੂੰ ਜਟਾ, कहूँ जटाधारी कहूँ कंठी धरे ब्रह्मचारी। ਇੱਥੇ ਵੀ ਜਟਾਂ ਧਾਰੀ ਤੇ ਕਈ ਥਾਈਂ ਬਿੰਦੀਆਂ ਆਉਂਦੀਆਂ ਲੱਗੀਆਂ ਪਰ ਗਲਤ ਨੇ। ਪਾਠ ਜਿਹੜਾ ਬਿੰਦੀਆਂ ਤੋਂ ਰਹਿਤ ਆ, ਭਾਵੇਂ ਜਟਾਂ ਵਾਲੇ ਕਹਿੰਦੇ ਨੇ ਅਸੀਂ ਸੰਤ ਸਾਧ ਹੁੰਦੇ ਜਿਹੜੇ ਕਈ ਸਾਧੂ ਉਹਨਾਂ ਦਾ ਪੰਥ ਆ, ਪਰ ਅਸੀਂ ਇੱਥੇ ਪਾਠ ਜਿਹੜਾ ਜਟਾਂ ਧਾਰੀ ਆ, ਜਟਾਂ ਧਾਰੀ ਪਾਠ ਨਹੀਂ ਕਰਨਾ। ਜੇ ਬਿੰਦੇ ਕਿਸੇ ਨੇ ਲਾਏ ਤਾਂ ਗਲਤ ਨੇ। ਕਹੂੰ ਜਟਾਂ ਧਾਰੀ, कहूँ जटाधारी कहूँ कंठी धरे ब्रह्मचारी। कहूँ जोग साधी कहूँ साधना करत हो। कहूँ कान फारे कहूँ डंडी होए पधारे। कहूँ फूक फूक पावन को पृथ्वी पर तरत हो। कहूँ सिपाही होएगा साधत सलाहन कहो। कहूँ क्षत्रिय सिलाहन कहो, सस्से सिहारी ला के कतहूँ सिपाही होएगा साधत सिलाहन कहो। होए कहते विश्राम जम की सिलाहन कौ ते विश्राम अगे कहूँ छतरी होएगा इसे जमक ला के और मारत मरत हो। हाँ फिर पढ़ दो। कहूँ सिपाही होए कह साधत सिलाहन कहो। कहूँ क्षत्रिय होए कह और मारत मरत हो। कहूँ भूम भार को दारद हो महाराज। कहूँ भाव भूतन की भावना भरत हो। कहूँ गीत नाद के निदान को बतावत हो। कहूँ नृत्यकारी चित्रकारी के निधान हो। कहूँ पयूख होएगा पीवत विवावत हो। कहूँ पयूख यूख कहूँ मदपान हो। पीयूख ये दो बारी आया, पहला पीयूख फिर म्यूख। ये दी इत्थे मारे ने वरतों की ते ये ध्यान पीयूख 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 जिमें उच्चारण करना तेरे ਆਪਾਂ नोट भी करा सकते हैं। ये जिमें हुण उच्चारण होया इस प्रकार ही अगे नोट कराई जाया करांगे, ध्यान रखना। चलो फिर पढ़ कहूँ पीयूख पाठ करना। पीयूख होए का पीवत पिवावत हो। कहूँ म्यूख ऊख कहूँ मदपान हो। चलो कहूँ पयूख होए कह पीवत विवावत हो। कहूँ मयूख ऊख कहूँ मदपान हो। कहूँ महासूर होए का मार्दम वासन कहो। कहूँ महादेव देवतान के समान हो। कहूँ महादीन कहूँ द्रव के अधीन। कहूँ विद्या में प्रवीण कहूँ भूम कहूँ पान हो। कहूँ अकलंक कहूँ मार्द में अंक कहूँ पूर्ण प्रजंक कहूँ शुद्धता की सार हो। कहूँ देव धर्म कहूँ साधना के हर्म कहूँ कुदस्त को कर्म कहूँ धर्म के प्रकार हो। हाँ जी, ये पाठ सानूं नोट करना पैना। उच्चारण करन लग्या ਇਹਨੂੰ ਕਈ ਕੁਤਸਤ ਹੀ ਪੜ੍ਹ ਜਾਂਦੇ ਨੇ। ਕੁਤਸਤ ਪਾਠ ਜਿਵੇਂ ਹੋਇਆ, ਕੁਤਸਤ कहूँ देव धर्म कहूँ साधना के हर्म। कहूँ कुतस्त कुकर्म कहूँ धर्म के प्रकार हो। कुतस्त वाला भी थोड़ा अगेतर ला के कक्का ते कुकर्म वाला भी कक्के दो जरा अगेतर ला के फिर पाठ शुद्ध बनेगा उच्चारण ਇਹਦਾ। कुतस्त कुकर्म। हाँ जी चलो अगे जी। कहूँ पौन कहूँ पौन आहारी कहूँ विद्या के विचारी। कहूँ जोगी जति ब्रह्मचारी नर कहूँ नार हो। कहूँ छत्रधारी कहूँ शाला धरे शैल भारी। कहूँ शकवारी कहूँ शाल के प्रकार हो। कहूँ गीत के गवैया कहूँ बेन के बजैया। कहूँ नृत्य के नचैया कहूँ नार को आकार हो। ये आप जरा समझ लीए गवैया बजैया नचैया ये बार बार जइया ना पाठ होने आ। ये ध्यान दे गवैया लिखना हो गग्गा बबे बबे ते वाह इत्यादिक ईड़ी बिहारी ला के आड़े करना गवैया। इसका उच्चारण इस प्रकार होएगा। अगे है बजैया बब्बा जज्जे इत्यादिक ला के ईड़ी बिहारी आड़े करना बजैया। उस तो अगला है नचैया नन्ना चच्चे इत्यादिक ईड़ी बिहारी आड़े करना नचैया। इस प्रकार उच्चारण होने। कहूँ गीत के गवैया कहूँ बेन के बजैया। कहूँ नृत्य के नचैया। कहूँ नार को आकार हो। चलो अगे। कहूँ वेद कहूँ वेद बानी कहूँ कूक की कहानी। कहूँ राजा कहूँ रानी कहूँ नार के प्रकार हो। ये जिमें हुणे पोले पोले पाठ होया बानी कहानी रानी इसी प्रकार ही पाठ करने। फिर पढ़ दो जी एक बार। कहूँ वेद बानी कहूँ कोक की कहानी। कहूँ राजा कहूँ रानी कहूँ नार के प्रकार हो। कहूँ बेन के बजैया कहूँ तेन के चरैया। कहूँ लाखन लवैया कहूँ सुंदर कुमार हो। ये उच्चारण भी इसी प्रकार ही समझ लेने। बजैया बब्बा जजे ते अधिक ईड़ी बिहारी आड़े करना बजैया।
ਅੱਗੇ ਹੈ ਚਰਈਆ, ਚੱਚਾ ਰਾਰੇ ਆਦਿਕ ਈੜੀ ਬਿਹਾਰੀ ਆੜੇ ਕੰਨਾ ਚਰਈਆ। ਇਸ ਪ੍ਰਕਾਰ ਇਹ ਨੋਟ ਕੀਤੇ ਜਾਣ। ਅੱਗੇ ਹੈ ਲਵਈਆ, ਲੱਲਾ ਵਾਵੇ ਤੇ ਅਧਿਕ ਲਾ ਕੇ ਈੜੀ ਬਿਹਾਰੀ ਆੜੇ ਕੰਨਾ ਲਵਈਆ। ਇਸ ਪ੍ਰਕਾਰ ਇਹ ਪਾਠ ਜਿਹੜੇ ਉਚਾਰਨ ਸਮਝ ਲਏ ਜਾਣ ਜੀ। ਚਲੋ ਜੀ ਅੱਗੇ। शुद्धता की शान हो के संतन के प्राण हो के दाता महादान हो के निर्दोखी निरंकार हो निर्जुर निरूप हो के सुंदर स्वरूप हो के भूपन ਕੇ ਜਿਹੜਾ ਕੇ ਅੱਗੇ ਲਾਉਣਾ ਪਿਛਲੇ ਪੰਕਤੀ ਵੀ ਜੀ ਕੇ ਸੰਤਨ ਕੇ ਦਾਤਾ ਕੇ ਨਿਰਦੋਖੀ। ਇਸ ਪ੍ਰਕਾਰ ਇਹ ਹੋਗਾ ਨਿਰਜ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਇਸ ਪ੍ਰਕਾਰ ਇਹ ਕੇ ਅੱਗੇ ਚੱਲ। निर्जुर निरूप हो के सुंदर स्वरूप हो के भूपन के भूप हो के दाता महादान हो प्राण के बचैया दूध पूत के दवैया रोग सोग के मिटैया के दो मानी महामान हो। ਆ ਮੇਰਾ ਖਿਆਲ ਆਪਾਂ ਸਿਆਣੇ ਤੁਸੀਂ ਸਮਝ ਗਏ ਹੋਵੋਗੇ। ਬਚਈਆ, ਦਵਈਆ, ਮਿਟਈਆ ਹੁਣ ਲਿਖਾਉਣ ਦੀ ਤਾਂ ਨਹੀਂ ਲੋੜ ਕੋਈ। हाँ ठीक है। ਹੈ ਠੀਕ ਹੈ। ਹਾਂ ਚਲੋ ਜੀ। ਇਸ ਪ੍ਰਕਾਰ ਸਮਝ ਲੈਣੇ ਸਾਰਿਆਂ ਨੇ। ਹਾਂਜੀ ਕੋਈ ਜੇ ਕੋਈ ਮਹਿੰਗਾ ਹੋਏਗਾ ਪਾਠ ਤੇ ਉਹ ਫਿਰ ਇਸ ਪ੍ਰਕਾਰ ਉਚਾਰਨ ਦੱਸ ਦਿੱਤਾ ਜਾਵੇਗਾ। ਹਾਂ ਚਲੋ। विद्या के विचार हो के अद्वय अवतार हो के सिद्धता की सूरत हो के शुद्धता की शान हो। ਇਹ ਪਿਛਲੇ ਵਾਂਗੂ ਜਿਵੇਂ ਕਿ ਅੱਗੇ ਜਾਊਗਾ। ਹਾਂਜੀ जोबन के जाल हो के काल ਇਹ ਹੋ ਤੇ ਵਿਸਰਾਮ ਲਾ ਕੇ ਐਂ ਚੱਲਣਾ। जोबन के जाल हो के काल हूँ के काल हो के शत्रन के सूल हो के मित्रन के प्राण हो कहूँ ब्रह्मवाद कहूँ ब्रह्मवाद कहूँ विद्या को विखाद कहूँ नाद को नाद कहूँ पूर्ण भगत हो कहूँ वेद रीत कहूँ विद्या की प्रतीत कहूँ नीत अनीत कहूँ ज्वाला सी जगत हो पूर्ण प्रताप कहूँ काती को जाप कहूँ ताप को ताप कहूँ जोग ते डिगत हो कहूँ बर देत कहूँ शाल सौ नाय लेत सर्व काल सर्व ठौर एक से लगत हो तब प्रसाद सवैये श्रावक शुद्ध समूह सिद्धान के देख फिरो घर जोग जति के। ਹਾਂਜੀ ਇਹ ਤਵ ਪ੍ਰਸਾਦ ਸਵਈਏ ਬਾਣੀ ਜਿਨ੍ਹਾਂ ਦਾ ਨਾਮ ਸੁਦਾ ਸਵਈਏ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਸੁਦਾ ਸਵਈਏ ਤਾਂ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਛਕਾਉਣ ਸਮੇਂ ਇਹ ਤੀਸਰੇ ਨੰਬਰ 'ਤੇ ਪੜ੍ਹੀ ਜਾਣ ਵਾਲੀ ਬਾਣੀ ਭਾਵ ਅੰਮ੍ਰਿਤ ਵਿੱਚ ਪੜ੍ਹੀ ਜਾਣ ਵਾਲੀ ਬਾਣੀ ਹੈ। ਅਤੇ ਸਾਡੇ ਨਿਤਨੇਮ ਵਿੱਚ ਵੀ ਤੀਸਰੇ ਨੰਬਰ 'ਤੇ ਪੜ੍ਹੀ ਜਾਣ ਵਾਲੀ ਬਾਣੀ ਹੈ। ਤੋ ਇਸ ਬਾਣੀ ਦੀ ਉਥਾਨਕਾ ਜੋ ਸੰਪਰਦਾਵਾਂ ਵਿੱਚ ਮਹਾਂਪੁਰਸ਼ ਦੱਸਦੇ ਨੇ ਗੁਣੀ ਗਿਆਨੀ ਪੁਰਸ਼, ਉਹਨਾਂ ਦਾ ਕਥਨ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਭੂਮੀ 'ਤੇ ਸੁਭਾਏਮਾਨ। ਇਹ ਸਾਧ ਸੰਗਤ ਜੀ ਕੋਈ 1699 ਈਸਵੀ ਤੋਂ ਪਹਿਲਾਂ ਦੇ ਬਚਨ ਨੇ, ਜਦੋਂ ਹਲੇ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਨੀ ਸੀ। ਅਤੇ ਪਿੱਛੇ ਜੋ ਜਾਪ ਸਾਹਿਬ ਪੜ੍ਹ ਕੇ ਗਏ ਉਹ ਵੀ ਮਹਾਰਾਜ ਨੇ ਕਾਫੀ ਸਮਾਂ ਪਹਿਲਾਂ ਉਹਦਾ ਉਚਾਰਨ ਹੋ ਗਿਆ ਸੀ ਪੌਂਟਾ ਸਾਹਿਬ ਦੀ ਧਰਤੀ 'ਤੇ। ਸਿੱਖ ਪਿਆਰੇ ਉਦੋਂ ਤੋਂ ਨਿਤਨੇਮੀ ਸਨ ਬਾਣੀ ਦੇ, ਤਾਂ ਕਰਕੇ ਉਸ ਸਮੇਂ ਸਭ ਦੇ ਬਾਣੀ ਕੰਠ ਸੀ ਨਾ। 1699 ਦੇ ਵਿਸਾਖੀ ਵਾਲੇ ਦਿਨ ਤੱਕ ਤਾਂ ਸਭ ਬਹੁਤ ਸਾਰੇ ਸਿੱਖਾਂ ਦੇ ਇਹ ਨਿਤਨੇਮ ਕੰਠ ਸੀ ਸਾਰਾ। ਤੋ ਉਸ ਸਮੇਂ ਤੋਂ ਪਹਿਲਾਂ ਇਹ ਉਚਾਰਨ ਕੀਤੀ ਗਈ ਬਾਣੀ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਭਾਏਮਾਨ ਨੇ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ, ਅਤੇ ਉੱਥੇ ਭੀਮ ਚੰਦ ਅਤੇ ਹੋਰ ਰਾਜੇ ਜਿਹੜੇ ਆ, ਭੀਮ ਚੰਦ ਦੇ ਅਧੀਨ 22 ਰਿਆਸਤਾਂ ਦੇ ਰਾਜੇ ਸਨ ਸਾਰੇ। ਕੁਝ ਕੁ ਰਾਜੇ ਭੀਮ ਚੰਦ ਦੇ ਨਾਲ ਆਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਪੰਥ ਵਾਲੀ ਦੇ ਦਰਸ਼ਨ ਦੀਦਾਰੇ ਕਰਨ ਲਈ। ਉਸ ਸਮੇਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰਾਜਾ ਨੂੰ ਜਿੱਥੇ ਜੀ ਆਇਆਂ ਕਿਹਾ, ਜਲ ਪਾਣੀ ਛਕਾਇਆ। ਫਿਰ ਸਤਿਗੁਰਾਂ ਦੇ ਦੀਵਾਨ ਵਿੱਚ ਜਦੋਂ ਆਏ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਬਚਨ ਉਹਨਾਂ ਨੂੰ ਕਹਿਣਾ ਕੀਤੇ, ਉਹਨਾਂ ਦੇ ਭਲੇ ਵਾਲੇ, ਕਿ ਭਾਈ ਤੁਹਾਨੂੰ ਪਤਾ ਹੈ ਜੋ ਔਰੰਗਜ਼ੇਬ ਬੜਾ ਅਨਿਆਈ ਪਾਮਰ ਰਾਜਾ ਹੈ, ਧਰਮ ਭ੍ਰਿਸ਼ਟ ਕਰ ਰਿਹਾ ਸਭ ਦਾ, ਖਾਸ ਕਰਕੇ ਹਿੰਦੂਆਂ ਦਾ, ਅਤੇ ਤੁਸੀਂ ਹਿੰਦੂ ਰਾਜੇ ਹੋ, ਤੁਹਾਡੇ ਧਰਮ ਦੀ ਰਕਸ਼ਾ ਲਈ ਤਾਂ
ਤਾਂ ਸਾਡੇ ਪਿਤਾ ਜੀ ਨੇ ਦਿੱਲੀ ਜਾ ਕੇ ਬਲੀਦਾਨ ਦਿੱਤਾ ਹੈ ਤਿਲਕ ਜੰਜੂ ਦੀ ਰਾਖੀ ਵਾਸਤੇ। ਅਤੇ ਤੁਸੀਂ ਆਪਾਂ ਗੱਲ ਸੁਣੋ, ਉਹਨਾਂ ਨੂੰ ਮਹਾਰਾਜ ਸਮਝਾਉਣ ਲੱਗੇ, ਭਾਈ ਸਾਰੇ ਇੱਥੇ ਗੁਰੂ ਘਰ ਜਿੱਥੇ ਆਏ ਹੋ ਅਤੇ ਆਪਾਂ ਸਾਡੇ ਵੱਲੋਂ ਇੱਕ ਵੱਡਾ ਪ੍ਰਯੋਜਨ ਕਾਰਜ ਹੋ ਰਿਹਾ ਹੈ, ਖਾਲਸਾ ਪੰਥ ਦੀ ਸਾਜਨਾ ਕਰਨੀ ਆ ਅਤੇ ਤੁਸੀਂ ਉਹਦੇ ਵਿੱਚ ਆਪਣਾ ਹਿੱਸਾ ਪਾਓ, ਯੋਗਦਾਨ ਪਾਓ। ਆਓ ਆਪਾਂ ਸਾਰੇ ਇਕੱਤਰ ਹੋ ਕਰਕੇ ਇਸ ਜੋ ਅਨਿਆਈ ਰਾਜਾ ਹੈ ਇਹਦਾ ਟਾਕਰਾ ਕਰੀਏ। ਤਾਂ ਉਹ ਰਾਜੇ ਇਸ ਗੱਲ ਤੋਂ ਮੁਨਕਰ ਹੋ ਗਏ। ਉਹਨਾਂ ਦਾ ਇਹ ਇਰਾਦਾ ਜਿਹੜਾ ਸੀ ਉਹਨਾਂ ਔਰੰਗਜ਼ੇਬ ਨਾਲ ਜੰਗ ਕਰਨ ਦਾ ਨਹੀਂ ਸੀ, ਭਾਵ ਡਰ ਗਏ ਇਹਨਾਂ ਗੁਰੂ ਪਾਤਸ਼ਾਹ ਦੇ ਭਜਨ ਸੁਣ ਕੇ। ਆਪਣੇ ਉਹਨਾਂ ਨੂੰ ਰਾਜ 'ਤੇ ਮਾਣ ਸੀ, ਆਪਣੇ ਘੋੜਿਆਂ ਹਾਥੀਆਂ 'ਤੇ ਮਾਣ ਸੀ, ਰਾਜੇ ਆ। ਮਹਾਰਾਜ ਨੇ ਇਹ ਵਿਸਤਾਰ ਤਾਂ ਬਹੁਤ ਹੋ ਜਾਵੇਗਾ ਕਥਾ ਕਰੀਏ ਤਾਂ, ਪਰ ਇਹ ਟੂਕ ਮਾਤਰ ਸਮਝਣ ਦੀ ਆਪਣੇ ਕਿਰਪਾਲਤਾ ਕਰਨੀ ਸੰਗਤਾਂ ਨੇ। ਉਹ ਇਹ ਆ ਵੀ ਮਹਾਰਾਜ ਨੇ ਉਹਨਾਂ ਰਾਜਿਆਂ ਨੂੰ ਸੰਬੋਧਨ ਕਰਕੇ ਇਹ ਸਵੀਏ ਉਚਾਰਨ ਕੀਤੇ। ਵਿਰਾਗਮਈ ਹੈ, ਜਿਹਨੇ ਵਿਰਾਗਮਈ ਬਾਣੀ ਹੈ ਸਾਰੀ, ਅਤੇ ਪਖੰਡ ਦਾ ਖੰਡਨ ਕਰਦੀ ਹੈ। ਜੋ ਸਾਡੀਆਂ ਵਸਤੂਆਂ ਨੇ ਸੰਸਾਰਕ ਜਿਨ੍ਹਾਂ ਦੇ ਇਹ ਡੀਂਗਾ ਮਾਰਦੇ ਉਹਨਾਂ ਰਾਜੇ ਜਿਵੇਂ ਹਾਥੀਆਂ, ਰਾਜਿਆਂ ਦਾ ਉਹਨਾਂ ਨੂੰ ਹਾਥੀਆਂ ਘੋੜਿਆਂ ਆਪਣੇ ਰਾਜ ਦਾ ਮਾਣ ਸੀ, ਉਹ ਸਭ ਝੂਠਾ ਹੀ ਹੈ। ਇਹਨਾਂ ਸਵੀਆਂ 'ਚ ਦੱਸਿਆ ਉਹ ਬਾਣੀ ਹੈ ਥਾਨਕਾ ਦੀ। ਇਸ ਪ੍ਰਕਾਰ ਗੁਣੀ ਪੁਰਸ਼ ਮਹਾਂਪੁਰਸ਼ ਦੱਸਦੇ ਸਨ। ਹਾਂਜੀ। ਤਵ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਕੇ ਤੇ ਵਿਸਰਾਮ ਆ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਜਤੀ ਪੋਲਾ ਜਾਂ ਪਾਠ ਆ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਮਤੀ ਵੀ ਪੋਲਾ ਬਈ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਤ ਪ੍ਰਾਨਪਤੀ ਕੇ। ਮਤ ਤੇ ਵਿਸਰਾਮ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਇਹ ਜਿਹੜਾ ਪਹਿਲਾਂ ਰਤੀ ਪੋਲਾ ਫਿਰ ਰੱਤੀ ਕੇ। ਏਕ ਰਤੀ ਬਿਨ ਏਕ ਰੱਤੀ ਕੇ, ਪਰ ਇੱਥੇ ਆਪਣੇ ਵੱਲੋਂ ਅਧਿਕ ਲਾਭ ਹੀ ਨਹੀਂ ਦੇਣਾ, ਇਹ ਪਾਠ ਕਸ ਕੇ ਕਰਨਾ। ਇਹ ਸਾਰੇ ਸ਼ਬਦ ਦੇ ਜਰਾ ਕੁ ਆਪਾਂ ਵਿਸਰਾਮਾਂ ਵੱਲ ਧਿਆਨ ਦੇ ਲਈਏ। ਪਹਿਲੇ ਸਵਈਏ ਦੇ ਸਰਾਵਕ ਸੁਧ ਸਮੂਹ ਸਿਧਾਨ ਕੇ ਤੇ ਵਿਸਰਾਮ ਲਾ ਕੇ ਦੇਖ ਰਹੇ ਹੋ ਕਰ ਜੋਗ ਜਤੀ ਕੇ। ਸੂਰ ਸੁਰਾਰਦਨ ਇੱਥੇ ਜਮਕ ਲਾ ਕੇ ਸੂਰ ਸੁਰਾਰਦਨ ਜਮਕ ਸੁਧ ਸੁਧਾਦਿਕ ਵਿਸਰਾਮ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ को देख रहे हो को ते जमक ला के सारे ही देश को देख रहे हो मत इसे विश्राम को ना देखिए तो ठमक प्राणपति के। श्री भगवान की इथे जमक ला के भाए कृपा हूँ ते विश्राम एक रति बिन एक रत्ती के। ਜਿਹੜਾ ਤੁਕਾਂਤ ਆ ਇਹਦੇ ਆਉਣੇ ਪਹਿਲਾਂ ਜਤੀ ਕੇ ਉਹ ਪੋਲਾ ਜਿਹਾ, ਫਿਰ ਅਨੇਕ ਮਤੀ ਕੇ ਉਹ ਵੀ ਪੋਲਾ, ਅੱਗੇ ਪ੍ਰਾਨਪਤੀ ਕੇ ਪੋਲਾ, ਅਤੇ ਅਖੀਰਲੀ ਪੰਕਤੀ 'ਤੇ ਆਉਣਾ ਹੈ ਇਹ ਏਕ ਰਤੀ ਬਿਨ। ਉਹ ਰਤੀ ਪਹਿਲਾਂ ਜਿਹੜਾ ਰਤੀ ਆਉਣਾ ਪੋਲਾ, ਏਕ ਰਤੀ ਬਿਨ ਏਕ ਰੱਤੀ ਕੇ। ਇਹ ਰੱਤੀ ਕੇ ਕੱਸ ਕੇ ਬੋਲਣਾ ਅਖੀਰਲਾ। ਹਾਂਜੀ, ਇਸ ਪ੍ਰਕਾਰ ਸਮਝ ਲੈਣਾ ਜੀ। ਚਲੀਏ ਅੱਗੇ। ਮਾਤੇ ਮਤੰਗ ਜਰੇ ਜਰ ਸੰਗ। ਇਹ ਮਾਤੇ ਮਤੰਗ, ਮਤੰਗ ਤੇ ਜਮਕ ਜਰੇ ਜਰ ਸੰਗ, ਇੱਥੇ ਵਿਸਰਾਮ ਲੱਗੇਗਾ ਜੀ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ कोट तुरंग कुरंग से कूदत पौन के गौन को जात निवारे। भारी पुजान के भूप भली विद न्यावत शीस ना जात बेचारे। एते भये तो कहाँ भये भूपत अंत को नांगे ही पाए पधारे। हाँ, नांगे पाठ करना। बिंदी भला पता नहीं लगी कि नहीं लगी तो नहीं लगी, भावें बिंदी नहीं लगी पर नागे पाठ नहीं करना। अंत को नांगे ही पाए पधारे। ਨੰਗੇ ਚਰਨਾਂ ਨਾਲ ਹੀ ਤੁਰੇ ਗਏ, ਨੰਗੇ ਪੈਰੀਂ ਭੱਜ ਛੱਡ ਕੇ ਸਭ ਸੰਸਾਰ ਨੂੰ ਚਲ ਗਏ ਨਾ। ਨਾਗੇ ਹੀ ਪਾਠ ਕਰਨਾ। ਅੰਤ ਕਉ ਨਾਗੇ ਹੀ ਪਾਏ ਪਧਾਰੇ।
ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਇਹ ਨਾ ਸਮਝ ਲੈਣਾ, ਪਰ ਆਪਾਂ ਵਿਸਰਾਮ ਜਿਹੜਾ ਅਖੀਰਲਾ ਹੀ ਉਹ ਰੱਖਣਾ। ਜੇ ਜਮਕਾ ਲਾ ਜੇ ਜੀਤ ਫਿਰੈ ਤੇ ਜਮਕ ਸਭ ਦੇਸ ਦਿਸਾਨ ਕੋ ਵਿਸਰਾਮ ਬਾਜਤ ਢੋਲ, ਇਥੇ ਠਮਕ ਲਾ ਕੇ ਮਿਰਦੰਗ ਨਗਾਰੇ ਗੁੰਜਤ ਗੂੜ ਤੇ ਜਮਕੇ ਗਜਾਨ ਕੇ ਸੁੰਦਰ, इसे विश्राम हिंसत ही है राज हजारे। इस प्रकार पाठ हाँ करो। ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਇੱਕ ਬੇਨਤੀ ਵੀ ਕਰ ਦਈਏ, ਉਹ ਫਿਰ ਜਿੱਥੇ ਵੀ ਕਿਤੇ ਪਾਠ ਕਰਦੇ ਹੋਵਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਤੋਂ ਜਾਂ ਸੈਂਚੀਆਂ ਤੋਂ, ਉਹ ਨਿਯਮਬੱਧ ਜੋ ਇਹ ਅੰਗ ਨੇ ਜਿਹੜੇ, ਇਹ 13 ਅੰਗ ਤੋਂ ਸਵਈਏ ਸ਼ੁਰੂ ਹੁੰਦੇ ਨੇ ਮਹਾਰਾਜ ਜੀ ਦੇ। 13 ਅੰਗ ਤੋਂ ਸ਼ੁਰੂ ਹੋ ਕੇ ਤੇ 15 ਤੱਕ, ਹਾਂਜੀ 13 ਤੋਂ ਲੈ ਕੇ 15 ਤੱਕ ਸਵਈਏ ਆਉਂਦੇ ਨੇ, ਯਾਦ ਰੱਖਣਾ ਚਾਹੀਦਾ। 13 ਅੰਗ ਤੋਂ ਆਰੰਭਤਾ ਹੁੰਦੀ ਹੈ ਨਾ ਸਵਈਆਂ ਦੀ। ਚਲੋ ਜੀ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ। ਹਾਂ, ਤੀਰਥ ਨਹਾਨ, ਜਿਵੇਂ ਇਹ ਭਾਰਾ ਕਰਕੇ ਬੋਲਣਾ, ਨਹਾਉਣ ਤੋਂ, ਇਸ਼ਨਾਨ ਕਰਨ ਤੋਂ, ਤੀਰਥਾਂ 'ਤੇ ਇਸ਼ਨਾਨ ਕਰਨਾ। ਤੀਰਥ ਨਹਾਨ ਦਇਆ ਦਮ ਦਾਨ, ਨਹਾਉਣ 'ਤੇ ਜਮਕ ਹੀ ਲੱਗੇਗੀ, ਦਾਨ 'ਤੇ ਵਿਸਰਾਮ ਲੱਗੇਗਾ। ਸੋ ਸੰਜਮ ਨੇਮ ਅਤੇ ਫਿਰ ਠਮਕ ਲਾ ਕੇ ਅਨੇਕ ਬਸੇਖ ਹੈ। ਹਾਂ, ਤੀਰਥ ਨਾਨ ਪਿੱਛੇ ਇੱਕ ਪਾਠ ਆਇਆ ਸੀਗਾ, ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਅੰਤ ਕਉ ਵੱਖਰਾ ਵੱਖਰਾ ਅਤੇ ਅੰਤ ਕੇ ਇਹ ਇਕੱਠਾ ਪਾਠ ਆ ਪਿਛਲੇ ਸਵਈਏ 'ਚ। ਇਹ ਧਿਆਨ ਰੱਖ ਕੇ ਨੋਟ ਕਰ ਲਿਓ। ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ, ਭਜੇ ਪੋਲਾ ਜਾ, ਭਜੇ ਬਿਨ ਅੰਤ ਕਉ ਅੰਤ ਕੇ ਇਕੱਠਾ ਪਾਠ ਕਰਨਾ। ਅੰਤ ਕੇ ਧਾਮ ਸਿਧਾਰੇ, ਅਖੀਰਲੇ ਸਮੇਂ ਅੰਤ ਕੇ ਤੋਂ ਭਾਵ ਅੰਤਕ ਜਮ ਦੇ ਘਰ ਚਲੇ ਗਏ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖੈ। ਜ਼ਮੀਨ ਜੱਜੀ ਸ਼ਰੀ ਲੱਗੀ ਨਾ, ਹਾਂਜੀ, ਜ਼ਮੀਨ ਇਹ ਬਣਾਉਣਾ। ਜ਼ਮੀਨ ਜੇ ਕਹਿ ਦਾਂਗੇ ਤੇ ਐਸਾ ਨਾ ਹੋਵੇ ਜੱਜੇ ਸਿਹਾਰੀ ਰਹਿ ਹੀ ਜਾਵੇ। ਜ਼ਮੀਨ ਜਮਾਨ ਸਬਾਨ ਕੇ ਪੇਖਾ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖੈ। ਪੌਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ। ਇਹ ਪਾਠ ਰਤੀ ਹੋਈ ਕਹਿਣਾ, ਰਤੀ ਇੱਥੇ ਰੱਤੀ ਨਹੀਂ ਕਰਨਾ। ਅਤੇ ਇੱਕ ਜਿਹੜਾ ਇਹ ਸ੍ਰੀ ਭਗਵਾਨ ਭਜੇ ਬਿਨ ਭੂਪਤ, ਭਜੇ ਪੋਲਾ ਜਿਹਾ ਪਾਠ ਕਰਨਾ। ਏਕ ਰਤੀ ਬਿਨ, ਇਹ ਰਤੀ ਵੀ ਪੋਲਾ ਕਰਨਾ। ਏਕ ਰਤੀ ਬਿਨ ਏਕ ਨਾਲ ਲੇਖ ਹੈ। ਹਾਂਜੀ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਮਾਤੇ ਨਹੀਂ ਕਰਨਾ, ਮਾਤੇ ਮਤੰਗਨ, ਮਸਤ ਹਾਥੀ, ਮਾਤੇ ਮਸਤ ਹੋਏ ਮਤੰਗਨ ਹਾਥੀ। ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ। ਹਾਂ, ਨਿਦਾਨ ਇਹ ਧਿਆਨ ਰੱਖਣ ਵਾਲਾ ਜੀ ਪਾਠ। ਤਿਆਗ ਜਹਾਨ ਨਿਦਾਨ ਚੱਲਾਂਗੇ। ਨਿਦਾਨ ਨਹੀਂ ਕਰ ਜਾਣਾ ਕਿਤੇ ਪਾਠ। ਨਿਦਾਨ ਦੱਦੇ ਨਾਲ ਪਾਠ ਕਰਨਾ। ਇੱਥੇ ਨਿਦਾਨ ਚੱਲਾਂਗੇ ਦੱਦਾ ਹੀ ਲੱਗਾ ਹੈ, ਜਿਵੇਂ ਉਚਾਰਨ ਹੋਇਆ ਸ਼ੁੱਧ। ਚਲੋ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ। ਵੀਰ ਅਪਾਰ ਬੜੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਇਹ ਵੀ ਪਿੱਛੇ ਮਾਤੇ ਮਤੰਗਨ ਸੀ ਉਹ, ਅਤੇ ਮਾਤੇ ਗਜਾਨ। ਗਜਾਨ ਵੀ ਹਾਥੀਆਂ ਦਾ ਨਾਂ ਅਤੇ ਮਤੰਗਨ ਵੀ ਹਾਥੀਆਂ ਦਾ ਨਾਂ। ਮਸਤ ਹਾਥੀ।
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ। ਹਾਂਜੀ, ਇਹਦੇ ਜਿਹੜੇ ਉਚਾਰਨ ਆ ਨਾ ਤੁਕਾਂਤ ਵਾਲੇ, ਇਹ ਆਪਾਂ ਜਰਾ ਭਾਵੇਂ ਨੋਟ ਕਰ ਲਈਏ, ਆਪਣੀ ਕਾਪੀਆਂ 'ਤੇ ਕਰ ਸਕਦੇ ਹਾਂ, ਜੇ ਯਾਦ ਰੱਖਣ ਤਾਂ ਵੀ ਠੀਕ ਆ। ਪਰ ਇਹ ਸਾਡੇ ਨਿਤਨੇਮ ਵਾਲੀ ਬਾਣੀ ਆ, ਇਹ ਤਾਂ ਤਕਰੀਬਨ ਆਪਣੇ ਕੰਠਾਗਰ ਹੀ ਹੋਣੀ ਚਾਹੀਦੀ ਆ। ਜੇ ਆ ਰਿਹਾ ਪਾਠ ਪਹਿਲਾਂ ਪਛਈਆ, ਮਲਈਆ, ਲਵਈਆ, ਦੇਵਈਆ, ਇਹਦੇ ਉਚਾਰਨ ਹੈ ਭੱਬਾ ਛੱਛੇ ਤੇ ਅਧਿਕ ਈੜੀ ਬਿਹਾਰੀ ਵਾਲੇ ਕੰਨਾ ਪਛਈਆ, ਅੱਗੇ ਮੰਮਾ ਲੱਲੇ ਤੇ ਅਧਿਕ ਈੜੀ ਬਿਹਾਰੀ ਵਾਲੇ ਕੰਨਾ ਮਲਈਆ, ਅਤੇ ਅਗਲਾ ਹੈ ਜੀ ਲੱਲਾ ਵਾਵੇ ਤੇ ਅਧਿਕ ਈੜੀ ਨੂੰ ਬਿਹਾਰੀ ਆੜੇ ਕੰਨਾ ਲਵਈਆ, ਅਤੇ ਅਗਲਾ ਹੈ ਦੱਦੇ ਸਿਹਾਰੀ ਲਾ ਕੇ ਵਾਵੇ ਤੇ ਅਧਿਕ ਈੜੀ ਬਿਹਾਰੀ ਆੜੇ ਕੰਨਾ ਦੇਵਈਆ। ਇਸ ਪ੍ਰਕਾਰ ਉਚਾਰਨ ਨੇ ਪਛਈਆ, ਮਲਈਆ, ਲਵਈਆ, ਦੇਵਈਆ। ਹਾਂਜੀ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਾਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁੰਨ ਪ੍ਰਦਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ। ਇਹਦੇ ਵਿਸਰਾਮ ਆ ਜੀ, ਸਾਰੀ ਪੰਕਤੀ ਦੇ ਸਵਈਏ ਦੇ ਵੇਖ ਲਈਏ। ਦਾਨਵ ਦੇ ਫਨਿੰਦ ਨਿਸਾਚਰ 'ਤੇ ਵਿਸਰਾਮ, ਅਗਲਾ ਹੈਗਾ ਜੀਵ ਜੀ 'ਤੇ ਜਲ ਮੈਂ ਥਲ ਮੈਂ 'ਤੇ ਵਿਸਰਾਮ, ਅਗਲਾ ਪੁੰਨ ਪ੍ਰਤਾਪਨ ਬਾੜ ਜੈਤ ਧੁਨ 'ਤੇ ਵਿਸਰਾਮ। ਇਹਦੇ ਪਾਠਾਂਤਰ ਵੀ ਹੈ ਬਾੜ ਤੇ ਜੈ ਧੁਨ, ਪਰ ਕਿਸੇ ਪ੍ਰਕਾਰ ਵੀ ਹੋਵੇ ਸ਼ੁੱਧ ਪਾਠ ਜਿਹੜਾ ਹੈ ਉਹ ਇਹੀ ਆ, ਪੁੰਨ ਪ੍ਰਤਾਪਨ ਬਾੜ ਜੈਤ ਧੁਨ 'ਤੇ ਵਿਸਰਾਮ। ਅਗਲਾ ਸਾਧ ਸਮੂਹ ਪ੍ਰਸੰਨ ਫਿਰੈ ਜਗ ਦੇ ਵਿਸਰਾਮ। ਇਸ ਪ੍ਰਕਾਰ ਸਮਝ ਲੈਣਾ ਹੈ ਜੀ। ਹਾਂ। ਮਾਨਵ ਇੰਦਰ ਗਜੇਂਦਰ ਨਰਾਦਪ, ਇੰਦਰ ਗਜੇਂਦਰ ਆਟ ਕੇ ਨਹੀਂ ਕਹਿਣਾ, ਇੰਦਰ ਗਜੇਂਦਰ ਮੈਂ ਪਾਠ ਕਰ। ਮਾਨਵ ਇੰਦਰ ਗਜੇਂਦਰ ਨਰਾਦਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਾਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ। ਪਗ ਤੇ ਵਿਸਰਾਮ ਲਾਉਣਾ। ਜੇ ਨਰ ਇੱਥੇ ਜਮ ਕੀ ਲਾ ਕੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਵਿਸਰਾਮ ਤੇ ਨਰ ਠਮਕ ਫੇਰ ਨਾ ਦੇਹ ਧਰਾਂਗੇ। ਹਾਂਜੀ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਗ ਧਿਆਨ ਲਗਾਇਓ ਨਾ। ਇਹ ਭਇਓ ਤੇ ਠਮਕ ਲੱਗ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਇੱਥੇ ਵਿਸਰਾਮ ਬੈਠ ਰਹਿਓ ਠਮਕ ਬਗ ਧਿਆਨ ਲਗਾਇਓ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਨਾਤ, ਜਿਵੇਂ ਆਪਾਂ ਪਾਠ ਸੁਣਿਆ ਨਾਤ ਕਰਨਾ ਭਾਰਾ ਕਰਕੇ, ਨਾਤ ਨਹਾਉਣ ਤੋਂ ਭਾਵ ਆ ਨਾਤ ਕਰਕੇ ਜਾਂ ਹੋਰ ਨਹੀਂ ਕਰਨਾ। ਨਾਤ ਫਿਰਿਓ ਇੱਥੇ ਜਮਕੀ ਲਾ ਕੇ ਲੀਏ ਸਾਤ ਸਮੁੰਦਰਨ ਵਿਸਰਾਮ ਲੋਕ ਗਇਓ ਇੱਥੇ ਠਮਕ ਪਰ ਲੋਕ ਗਵਾਇਓ। ਨਾਦ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂਜੀ, ਆਪਾਂ ਇਹਦੇ ਵਿਸਰਾਮ ਵੀ ਵਿਚਾਰ ਲਈਏ ਅਤੇ ਕੁਛ ਉਚਾਰਨ ਵੀ। ਬਾਸ ਕੀਓ ਜਮਕੀ ਲਾ ਕੇ ਵਿਖਿਆਨ ਸੋ ਬੈਠ ਕੈ ਵਿਸਰਾਮ ਐਸੇ ਹੀ ਐਸ ਸੋ ਬੈਸ ਬਿਤਾਇਓ। ਅਤੇ ਇਹਦੀ ਫੇਰ ਕਰਦੇ ਵਿਚਾਰ ਅਗਲੀ ਵਿਸਰਾਮ ਦੇ ਹੋ ਗਏ। ਸਾਚ ਕਹੋਂ ਜਮਕ ਸਾਚ ਕਹੋਂ ਸੁਣ ਲਿਹੋ ਸਭੈ ਇੱਥੇ ਵਿਸਰਾਮ ਲਾ ਕੇ
ਜਿਨ ਪ੍ਰੇਮ ਕੀਓ ਇਥੇ ਠਮਕੀ ਤਿਨ ਹੀ ਪ੍ਰਭ ਪਾਇਓ। ਇਹ ਬੇਨਤੀ ਸੀ ਵਿਸਰਾਵਾਂ ਬਾਰੇ। ਹੁਣ ਉਚਾਰਨ ਜਿਹੜਾ ਹੁਣੇ ਆਪਾਂ ਪਾਠ ਸੁਣਿਆ ਹੈ, ਸਰਵਣ ਕੀਤਾ ਹੈ, ਦਰਸ਼ਨ ਦਾਰੇ ਵੀ ਕੀਤੇ ਨੇ। ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ। ਤੇ ਇੱਥੇ ਪਾਠ ਐਸੇ ਹੀ ਐਸੇ ਵੀ ਕੀਤਾ ਜਾਂਦਾ, ਦੂਸਰੇ ਰੂਪ ਵਿੱਚ ਹੈ। ਇਹਦੇ ਬਾਰੇ ਮੈਂ ਖਾਸ ਜੋ ਬੇਨਤੀ ਕਰਨੀ ਹੈ, ਜਦੋਂ ਆਪਾਂ ਕੋਈ 1990-91 ਦੇ ਵਿੱਚ ਛਪਾਈ ਚੱਲ ਰਹੀ ਸੀ 10ਵੇਂ ਗੁਰੂ ਗ੍ਰੰਥ ਸਾਹਿਬ ਦੀ, ਬੰਦੀ ਛੋੜ ਕਲਗੀਧਰ ਪ੍ਰਿੰਟਿੰਗ ਪ੍ਰੈਸ ਮਹਿਰੋਂ ਵਿਖੇ। ਉਹਨਾਂ ਦਿਨਾਂ 'ਚ ਬਾਬਾ ਜੋਗਿੰਦਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਪਿਤਾ ਜੀ, ਉਹਨਾਂ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਬਹੁਤ ਚਲਾਈ ਗਈ ਸੀ। ਅਤੇ ਆਪਣੇ ਪਿੰਡ ਮਹਿਰੋਂ ਵੀ ਅੰਮ੍ਰਿਤ ਸੰਚਾਰ ਹੋਇਆ। ਉਹਨਾਂ 5 ਪਿਆਰਿਆਂ ਵਿੱਚ ਸੰਤ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲੇ ਅਤੇ ਉਹਨਾਂ ਦੇ ਸਪੁੱਤਰ ਭਾਈ ਵੀਰ ਸਿੰਘ ਜੀ ਬਹੁਤ ਹੀ ਗੁਰਮੁਖ ਪਿਆਰੇ ਸਨ, ਅਤੇ ਸੰਤ ਕੁੰਡਾ ਸਿੰਘ ਜੀ ਸਮਾਧ ਵਾਲੇ, 2 ਸਿੰਘ ਹੋਰ ਹੈ। ਇੱਕ ਅੱਜ ਕੱਲ੍ਹ ਮੇਰਾ ਹਾਲ ਚਰਨਜੀਤ ਸਿੰਘ, ਸ਼ਾਇਦ ਉਹ ਕੈਨੇਡਾ 'ਚ ਨੇ। ਸਿੱਖ ਵਿਰਾਸਤ ਉਹਨਾਂ ਦੇ ਉੱਥੇ ਗ੍ਰੰਥ ਮਿਲਦੇ, ਉਹਦਾ ਨਾਮ ਅਸਥਾਨ ਦਾ ਸਿੱਖ ਵਿਰਾਸਤ ਲਿਖਿਆ। ਉਹ ਭਾਈ ਸਾਹਿਬ ਦੇ ਇੱਕ ਭਾਈ ਸਾਹਿਬ ਹੋਰ ਸੀ, ਮੈਂ ਨਾਮ ਭੁੱਲ ਗਿਆ ਨਾ, 5 ਪਿਆਰਿਆਂ ਵਿੱਚ ਸਨ। ਉਦੋਂ ਜਦੋਂ ਮਹਾਂਪੁਰਸ਼ਾਂ ਨਾਲ ਉੱਥੋਂ ਅੰਮ੍ਰਿਤ ਛਕਾ ਕੇ ਆਪਣੇ ਗੁਰਦੁਆਰਾ ਸਾਹਿਬ ਵੱਡੇ ਤੋਂ ਆਏ ਇੱਧਰ ਮਹਿਰੋਂ, ਗੁੰਗੇ ਦੇ ਮਹਾਂਪੁਰਸ਼ ਸੰਤ ਬਾਬਾ ਤੇਜਾ ਸਿੰਘ, ਨਿੰਗ ਸਿੰਘ ਹੋਰਾਂ ਨੂੰ ਮਿਲਣ ਆਏ ਉਹ ਸਾਰੇ ਹੀ, ਵੀ ਦਰਸ਼ਨਦਾਰੇ ਕਰਕੇ ਜਾਈਏ। 5 ਪਿਆਰੇ ਸਾਹਿਬਾਨ, ਉਹਨਾਂ ਵਿੱਚ ਸੰਤ ਪ੍ਰਤਾਪ ਸਿੰਘ ਜੀ ਲੰਗੇਆਣੇ ਵਾਲੇ, ਉਹਨਾਂ ਨੇ ਵਿਚਾਰ ਕੀਤੀ ਮਹਾਰਾਜ ਜਿਹੜਾ ਪਾਠ ਆ ਐਸੇ ਹੀ ਐਸੇ, ਅਤੇ ਇਹਦੇ ਬਾਰੇ ਵਿਚਾਰ ਚੱਲ ਵੀ ਪਾਠ ਐਸੇ ਹੀ ਐਸ ਸੋ ਬੈਸ ਬਿਤਾਇਓ ਹੈ। ਅਤੇ ਭਾਈ ਵੀਰ ਸਿੰਘ ਹੋਰਾਂ ਨੇ ਮੇਰੇ ਨਾਲ ਵਿਚਾਰ ਕੀਤੀ ਇਸੇ ਪ੍ਰਕਾਰ ਹੀ ਕਿਤੇ ਬਾਅਦ ਵੀ, ਅਤੇ ਫਿਰ ਮੈਨੂੰ ਲਿਖਤ ਵੀ ਦਿੱਤੀ ਸੀ ਵੱਡੇ ਮਹਾਂਪੁਰਸ਼ਾਂ ਦੀ, ਕਹਿੰਦੇ ਐਸੇ ਹੀ ਐਸ ਪਾਠ ਸੁਧ ਹੈ। ਤੋ ਅੱਜ ਕੱਲ੍ਹ ਵੇਖ ਲਓ ਵੀ ਇਹ ਸਾਰੇ ਜੱਥੇ ਵਿੱਚ ਆਪਾਂ ਐਸੇ ਹੀ ਐਸੇ ਪਾਠ ਕਰਦੇ ਹਾਂ, ਪਰ ਸੰਤ ਪ੍ਰਤਾਪ ਸਿੰਘ ਹੋਰੀ ਮਹਾਂਪੁਰਸ਼ ਇਹ ਵੀ ਜੱਥੇ ਦੇ ਸਨ, ਅਤੇ ਅਸੀਂ ਤਾਂ ਇੱਥੇ ਪਹਿਲਾਂ ਹੀ ਪਾਠ ਐਸੇ ਹੀ ਐਸ ਕਰਦੇ ਸਾਂ। ਪਾਤਸ਼ਾਹ ਹੋਰਾਂ ਨੇ ਮਹਾਂਪੁਰਸ਼ਾਂ ਨੂੰ, ਬਾਬਾ ਤੇਜਾ ਹੋਰਾਂ ਨੂੰ ਪੜ੍ਹਾਇਆ ਸੀ, ਉਹ ਅਗਾਂਹ ਵਿਦਿਆਰਥੀਆਂ ਨੂੰ ਪੜ੍ਹਾਇਆ। ਤੋ ਹੁਣ ਵੀ ਉਹ ਚਲੋ ਉਹਦਾ ਸਮਾਂ ਕਿੰਨਾ ਹੋ ਗਿਆ ਵੀ 1990 ਦਾ ਬਚਨ ਹੈ ਅਤੇ ਬਹੁਤਾ ਸਮਾਂ ਹੋ ਗਿਆ, ਅਤੇ ਹੁਣ ਹੈਗਾ 2021। ਇਹਦੇ ਬਾਰੇ ਹੁਣ ਵੀ ਦੀ ਆਪਾਂ ਪਤਾ ਕਰ ਸਕਦੇ ਹਾਂ। ਸੰਤ ਪ੍ਰਤਾਪ ਸਿੰਘ ਲੰਗੇਆਣੇ ਵਾਲੇ 2-3 ਸਾਲ ਹੋਏ ਉਹਨਾਂ ਚੜ੍ਹਾਈ ਕਰਿਆ ਨੂੰ, ਅਤੇ ਉਹਨਾਂ ਦੇ ਸਪੁੱਤਰ ਭਾਈ ਗੁਰਦਿਆਲ ਸਿੰਘ ਹੋਰੀ, ਭਾਈ ਸਾਧੂ ਸਿੰਘ ਜੀ, ਭਾਈ ਦਲਜੀਤ ਸਿੰਘ ਜੀ, ਭਾਵੇਂ ਪੜ੍ਹੇ ਸੋਧੀ ਤੋਂ, ਪਰ ਪਾਠ ਐਸੇ ਹੀ ਐਸ ਸੋ ਬੈਸ ਬਿਤਾਇਓ ਕਰਦੇ ਨੇ। ਮੇਰੇ ਨਾਲ ਫਿਰ ਵੀ ਵਿਚਾਰ ਹੋਈ ਉਹਨਾਂ ਦੀ, ਅਤੇ ਇਹਦੇ ਸਾਰਿਆਂ ਨੂੰ ਵਿਚਾਰ ਸਾਨੂੰ ਕਰਨੀ ਚਾਹੀਦੀ ਆ ਕਿ ਉਹ ਵੀ ਤਾਂ ਮਹਾਂਪੁਰਸ਼ਾਂ ਤੋਂ ਭਰੋਸਾ ਸਨ ਨਾ ਵੱਡਾਂ ਤੋਂ। ਅਤੇ ਹੁਣ ਵੀ ਪਾਠ ਭਾਈ ਗੁਰਦਿਆਲ ਸਿੰਘ ਹੋਰੀ, ਫਿਰ ਵੀ ਇੱਕ ਦਿਨ ਮੇਰੇ ਨਾਲ ਵਿਚਾਰ ਹੋਈ ਸੀ, ਉਹ ਵੀ ਪਾਠ ਐਸੇ ਹੀ ਐਸ ਸੋ ਬੈਸ ਬਿਤਾਇਓ। ਉਹਨਾਂ ਵਿੱਚ ਸਾਧ ਸਿੰਘ ਜੀ ਬੜਾ ਮਹਾਂਪੁਰਸ਼ ਪ੍ਰਤਾਪ ਸਿੰਘ ਹੋਰਾਂ ਨੇ ਨਾਮਣਾ ਖੱਟਿਆ ਸਾਡੇ ਇਲਾਕੇ ਵਿੱਚ, ਇਹ ਮੋਗੇ ਜ਼ਿਲ੍ਹੇ ਦੇ ਵਿੱਚ ਸਾਰਾ ਇਲਾਕਾ ਉੱਥੇ ਉਹਨਾਂ ਦਾ ਸਤਿਕਾਰ ਕਰਦਾ ਜੀ। ਬਹੁਤ ਸਾਰੇ ਵਿਦਿਆਰਥੀ ਉਹਨਾਂ ਨੇ ਪੜ੍ਹਾਏ ਨੇ, ਅਤੇ ਹੁਣ ਵੀ ਉਹਨਾਂ ਦਾ ਵਿਦਿਆਲਾ ਦਮਦਮਾ ਸਾਹਿਬ ਉਹਨਾਂ ਵੱਲੋਂ ਸਥਾਨ ਬਣਾਇਆ ਗਿਆ, ਅਤੇ ਲੰਗਿਆਣੇ ਦਾ ਚੱਲ ਹੀ ਰਿਹਾ ਸਾਰਾ ਇਹ ਵਿਦਿਆਲੇ ਦਾ। ਮਹਾਰਾਜ ਦੀ ਕਿਰਪਾ, ਜੋ ਕਾਰੋਬਾਰ ਹੈ ਵਿਦਿਆਰਥੀਆਂ ਨੂੰ ਬਾਣੀ ਪੜ੍ਹਾਈ ਜਾ ਰਹੀ ਆ, ਉੱਥੇ ਹੁਣ ਵੀ ਉਹਨਾਂ ਨਾਲ ਵਿਚਾਰ ਕੀਤੀ ਜਾ ਸਕਦੀ ਆ। ਸੋ ਪਾਠ ਐਸੇ ਹੀ ਐਸ ਸੋ ਬੈਸ ਬਿਤਾਇਓ, ਉਹ ਮਹਾਂਪੁਰਸ਼ ਪਾਠ ਕਰਾਉਂਦੇ ਸਨ, ਇੱਥੇ ਵੀ ਆਪਾਂ ਕਰਦੇ ਹਾਂ। ਅਤੇ ਹੁਣ ਵੀ ਗੁਰਦਿਆਲ ਸਿੰਘ ਹੋਰੀ ਪਾਠ ਇਹੀ ਕਰਦੇ ਨੇ। ਲੰਗਿਆਣੇ ਵਾਲੇ ਸੰਤ ਪ੍ਰਤਾਪ ਸਿੰਘ ਜੀ ਮਹਾਂਪੁਰਸ਼ ਉਹਨਾਂ ਦੇ ਸੁਪੁੱਤਰ ਨੇ, ਅਤੇ ਭਾਈ ਵੀਰ ਸਿੰਘ ਉਹਨਾਂ ਦਾ ਮੈਨੂੰ ਲਿਖਤ ਵੀ ਦਿੱਤੀ ਸੀ, ਕੋਈ ਮੇਰੇ ਕੋਲ ਲਿਖਤ ਹੁਣ ਵੀ ਪਈ ਹੈ ਜਿਹਦੇ 'ਚ ਉਹ ਕਹਿੰਦੇ ਵੱਡੇ ਮਹਾਂਪੁਰਸ਼ਾਂ ਦੀ ਲਿਖਤ ਹੈ, ਪਾਠ ਐਸੇ ਹੀ ਐਸ ਸੋ ਬੈਸ ਬਿਤਾਇਓ, ਇਹ ਸ਼ੁੱਧ ਹੈ। ਹਾਂਜੀ ਚਲੋ ਜੀ।
ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਸਾ ਮਹਿ, ਕਾਹੂ ਪਛਾਹ ਕੁਸੀਸ ਨਿਵਾਇਓ। ਕੋ ਬੁੱਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਹਾਂਜੀ, ਇੱਥੋਂ ਤੱਕ ਇਹ 10 ਸਵਈਏ ਨੇ ਜਿਹਨਾਂ ਨੂੰ ਸੁਧਾ ਸਵਈਏ ਕਰਕੇ ਸਤਿਕਾਰਿਆ ਜਾਂਦਾ। ਪੰਥ ਵਿੱਚ ਸਾਧ ਸੰਗਤ ਜੀ ਮਹਾਨ ਬਾਣੀ ਅੰਮ੍ਰਿਤ ਦੇ ਵਿੱਚ ਪੜ੍ਹੀ ਜਾਂਦੀ ਸੀ ਤੀਸਰੇ ਨੰਬਰ 'ਤੇ, ਅਤੇ ਸਾਡੀ ਨਿਤਨੇਮ ਦੇ ਵਿੱਚ ਪੜ੍ਹੀ ਜਾਣ ਵਾਲੀ ਇਹ ਤੀਸਰੇ ਨੰਬਰ ਦੀ ਬਾਣੀ ਹੈ। ਬੜਾ ਵਿਰਾਗ ਭਰਿਆ ਬਾਣੀ ਵਿੱਚ, ਪਖੰਡ ਦਾ ਖੰਡਨ ਕੀਤਾ ਗਿਆ ਐਸੀ ਬਾਣੀ ਆ। ਤੋਂ ਇੱਥੋਂ ਤੱਕ ਇਹ 10 ਸਵਈਏ ਨੇ। ਪਹਿਲਾਂ ਚੌਪਈ ਸਾਹਿਬ ਦੇ 10 ਛੰਦ ਆਏ ਆ, ਇਸ ਤੋਂ ਪਹਿਲਾਂ 10 ਕਵਿਤਾ ਆ ਚੁੱਕੇ, ਇੱਥੋਂ ਤੱਕ 30 ਛੰਦ ਜਿਹੜੇ ਹੋ ਚੁੱਕੇ ਨੇ ਅਕਾਲ ਉਸਤਤ ਸਾਹਿਬ ਜੀ ਦੇ। ਹਾਂਜੀ, ਚਲੋ ਜੀ। ਤਵ ਪ੍ਰਸਾਦ ਤੁਮਰ ਛੰਦ, ਹਰ ਜਨਮ ਮਰਨ ਬਹੀਨ, 10 ਚਾਰ ਚਾਰ ਪ੍ਰਬੀਨ, ਅਕਲੰਕ ਰੂਪ ਅਪਾਰ, ਅਨਸ਼ਜ ਤੇਜ ਉਦਾਰ। ਇਹ ਵੀ ਦੱਸਦੇ ਸਾਧ ਸੰਗਤ ਜੀ, ਸਿਆਣੇ ਪੁਰਸ਼ਾਂ ਨੇ ਜਿਵੇਂ ਦੱਸਣਾ ਕੀਤਾ ਅੱਗੇ, ਕਹਿੰਦੇ ਤੋਮਰ ਨਾਮ ਵਰਸੇ ਦਾ, ਤੋਮਰ ਛੰਦ ਜਿਵੇਂ ਵਰਸ਼ਾ ਵੱਜਦਾ ਨਾ ਪਿੱਛੋਂ ਕਿਤੇ ਐਂ ਗਾਂ ਨੂੰ ਘੋਪ ਖੋਪੀ ਦੀ, ਉਸ ਪ੍ਰਕਾਰ ਦੀ ਚਾਲ ਆ। ਹਰ ਜਨਮ ਮਰਨ ਵਿਹੀਨ, 10 ਚਾਰ ਚਾਰ ਪ੍ਰਬੀਨ, ਅਕਲੰਕ ਰੂਪ ਅਪਾਰ, ਅਨਛਜ ਤੇਜ ਉਦਾਰ। ਇਸ ਪ੍ਰਕਾਰ ਇਹਨਾਂ ਦੀ ਛੰਦ ਸ਼ਸਤਰਾਂ ਦੇ ਨਾਲ ਹੀ ਮੇਲ ਜੋਲ ਖਾਂਦੀ ਹੈ। 10ਵੇਂ ਪਾਤਸ਼ਾਹ ਮਹਾਰਾਜ ਦੀ ਅਸੀਂ ਕਮਾਲਮਈ ਇਹ ਅੰਮ੍ਰਿਤ ਬਾਣੀ ਹੈ ਜੀ। ਅਨਭਿਜ ਰੂਪ ਦੁਰੰਤ, ਸਭ ਜਗਤ ਭਗਤ ਮਹੰਤ, ਜਸ ਤਿਲਕ ਭੂ ਪ੍ਰਿਤ ਭਾਨ, 10 ਚਾਰ ਚਾਰ ਨਿਧਾਨ। ਅਕਲੰਕ ਰੂਪ ਅਪਾਰ, ਸਭ ਲੋਕ ਸੋਕ ਬਿਦਾਰ, ਕਲ ਕਾਲ ਕਰਮ ਵਿਹੀਨ, ਸਭ ਕਰਮ ਵਿਹੀਨ ਦੀ ਜਿਹੜੀ ਸਿਹਾਰੀ ਲੱਗੀ ਬੱਬੇ ਨੂੰ, ਉਹਦਾ ਧਿਆਨ ਰੱਖਿਆ ਜਾਵੇ ਜੀ। ਕਲ ਕਾਲ ਕਰਮ ਵਿਹੀਨ, ਸਭ ਕਰਮ ਧਰਮ ਪਰਬੀਨ, ਅਨਖੰਡ ਅਤੁਲ ਪ੍ਰਤਾਪ, ਸਭ ਥਾਪਿਓ ਜੇਹ ਥਾਪ। ਅਨਖੇਦ ਭੇਦ ਅਛੇਦ, ਮੁਖ ਚਾਰ ਗਾਵਤ ਬੇਦ, ਜਿਹ ਨੇਤ ਨਿਗਮ ਕਹੰਤ, ਮੁਖ ਚਾਰ ਭਗਤ ਬੇਅੰਤ। ਅਨਭਿਜ ਅਤੁਲ ਪ੍ਰਤਾਪ, ਅਨਖੰਡ ਅਮਿਤ ਅਥਾਪ, ਜੇਹ ਕੀਨ ਜਗਤ ਪਸਾਰ, ਰਚਿਓ ਵਿਚਾਰ ਵਿਚਾਰ। ਅਨੰਤ ਰੂਪ ਅਖੰਡ, ਅਤੁਲ ਪ੍ਰਤਾਪ ਪ੍ਰਚੰਡ, ਜੇਹ ਅੰਡ ਤੇ ਬ੍ਰਹਮੰਡ, ਕੀਨੇ ਸੋ 14 ਖੰਡ, ਸਭ ਕੀਨ ਜਗਤ ਪਸਾਰ, ਅਭਿਅਗਤ ਰੂਪ ਉਦਾਰ। ਜੇਹ ਕੋਟ ਇੰਦਰ ਨਿਰਪਾਰ, ਕਈ ਬ੍ਰਹਮ ਬਿਸ਼ਨ ਵਿਚਾਰ, ਕਈ ਰਾਮ ਕ੍ਰਿਸ਼ਨ ਰਸੂਲ, ਬਿਨ ਭਗਤ ਕੋ ਨਾ ਕਬੂਲ। ਬਿਨ ਭਗਤ ਵਿਸਰਾਮ ਲਾ ਕੇ ਕੋ ਨਾ ਕਬੂਲ, ਬਿਨ ਭਗਤ ਕੋ ਨਾ ਕਬੂਲ। ਕਈ ਰਾਮ ਕ੍ਰਿਸ਼ਨ ਰਸੂਲ, ਬਿਨ ਭਗਤ ਕੋ ਨਾ ਕਬੂਲ। ਕਈ ਸਿੰਧ ਬਿੰਦ ਨਗੇਂਦਰ, ਕਈ ਮਛ ਕਛ ਫਨਿੰਦਰ, ਕਈ ਦੇਵ ਆਦ ਕੁਮਾਰ, ਕਈ ਕ੍ਰਿਸ਼ਨ ਬਿਸ਼ਨ ਅਵਤਾਰ। ਇਹ ਧਿਆਨ ਦੇਣ ਵਾਲੀਆਂ ਕਈ ਵਿਚਾਰਾਂ ਨੇ। ਜਿਵੇਂ ਕੱਲ੍ਹ ਵੀ ਗੱਲ ਚੱਲੀ ਸੀ ਵੀ ਇਹਨਾਂ ਨੂੰ ਸਿਹਾਰੀ ਬੋਲਣੀ ਨਹੀਂ ਆਉਂਦੀ। ਜਿਵੇਂ ਉੱਪਰ ਆਇਆ ਬਿਨ ਭਗਤ ਕੋ ਨਾ ਕਬੂਲ, ਉੱਥੇ ਭਗਤ ਨੂੰ ਮੇਰੇ ਕੋਲ ਸਿਹਾਰੀ ਲੱਗੀ, ਤੁਹਾਡੇ ਕੋਲ ਹੈ ਕਿ ਨਹੀਂ? ਚਲੋ ਇੱਧਰ ਲੱਗੀ ਹੋਈ ਹੈ, ਤੁਹਾਡੇ ਕੋਲ ਦਸਤੀਕ ਤਾਂ ਹੈਗੀ ਸਿਹਾਰੀ ਲੱਗੀ? ਭਗਤ ਉਹਨੂੰ ਪਤਾ ਨਹੀਂ ਕਿੱਥੇ ਮੈਂ 39 38 ਨੰਬਰ ਵਾਲੀ। ਚਲੋ, ਅਤੇ ਕਈ ਜਿਵੇਂ ਕੱਲ੍ਹ ਤੁਸੀਂ ਡਾਕਟਰ ਸਾਹਿਬ ਜੀ ਕਹਿੰਦੇ ਸੀਗੇ ਵੀ ਉਹਨੂੰ ਭਗਤੀ ਬੋਲਦਾ, ਭਗਤੀ ਨਹੀਂ, ਭਗਤੀ ਨਹੀਂ, ਉਹਨਾਂ ਨੂੰ ਪੰਜਾਬੀ ਬਾਰੇ ਪੂਰਾ ਗਿਆਨ ਨਹੀਂ ਹੈ ਬੋਲਣ ਦਾ। ਇਹ ਭਗਤ ਤੇ ਤੱਤੀ ਸਾਰੀ ਤੇ ਐਂ ਹੋਏਗਾ। ਹਾਂਜੀ, ਬਿਨ ਭਗਤ ਕੋ ਨਾ ਕਬੂਲ, ਕਈ ਸਿੰਧ ਬਿੰਦ ਨਗਿੰਦਰ, ਕਈ ਮਛ ਕਛ ਫਿਨੰਦਰ, ਕਈ ਦੇਵ ਆਦਿ ਕੁਮਾਰ। ਆਦਿ ਇੱਥੇ ਤੱਤੇ ਸਿਹਾਰੀ ਲੱਗੀ, ਅਤੇ ਇਹਨੂੰ ਆਦਿ ਤਾਂ ਨਹੀਂ ਕਹਿ ਜਾਣ, ਦੇਵ ਆਦਿ ਕੁਮਾਰ। ਜੇ ਕੋਈ ਆਦਿ ਕਹੂਗਾ ਉਹ ਸਮਝ ਲਓ ਵੀ ਇਹ ਗੁਰਮੁਖੀ ਅੱਖਰਾਂ ਤੋਂ ਅਣਜਾਣ ਹੈ। ਪਰ ਆਦ ਦੱਦੇ ਦੀ ਸਿਹਾਰੀ ਦੀ ਜਿਹੜੀ ਹੈ, ਇਹ ਮਾਤਰਾ ਜਿਹੜੀ ਸਿਹਾਰੀ ਲੱਗੀ ਹੈ, ਇਹ ਲਘੂ ਮਾਤਰਾ ਹੈ। ਲਘੂ ਥੋੜ੍ਹੀ ਛੋਟੀ ਆਵਾਜ਼ ਆਵੇਗੀ। ਆਦ ਦੇ ਦੱਦੇ ਸਿਹਾਰੀ ਦੇ ਮੁਹਾਰ ਨਹੀਂ ਪੜ੍ਹਨੀ ਪੈਂਦੀ ਹੈ, ਆਪਣੇ ਆਪ ਹੀ ਲੱਗ ਰਹੀ। ਹਾਂਜੀ ਹਾਂਜੀ। ਅਤੇ ਉਹ ਜਿਹੜੇ ਐਸੇ ਸਾਡੇ ਵੀਰ ਨੇ ਨਾ, ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਆ ਕੇ ਸੰਪਰਦਾਇ ਵਿੱਚ ਪਹਿਲਾਂ ਮੁਹਾਰ ਨਹੀਂ ਪੜ੍ਹੋ,
ਤੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਸਿਹਾਰੀ ਕਿਵੇਂ ਬੁਲਾਉਣੀ ਆ। ਜਿਹਨੂੰ ਬਾਹਲਾ ਚਾਅ ਹੈਗਾ ਇਹ ਬੁਲਾਉਣ ਦਾ ਸਾਰੀਆਂ, ਅਤੇ ਸਾਡੇ ਫਿਰ ਭਗਤ ਜੀ ਹੈਗੇ ਦੋਧਰ ਵਾਲੇ ਜਸਵੰਤ ਸਿੰਘ, ਉਹਨਾਂ ਨੇ ਪੂਰਨ ਤੌਰ 'ਤੇ ਲਾਈਆਂ ਨੇ। ਅੱਜ ਕੱਲ੍ਹ ਟੋਰਾਂਟੋ ਵਿੱਚ ਨੇ ਉਹ, ਅਤੇ ਉਹਨਾਂ ਦੇ ਪਾਠ ਸਾਰਾ ਰਿਕਾਰਡ ਕੀਤਾ YouTube 'ਤੇ ਮੇਰਾ ਖਿਆਲ ਮਿਲ ਜਾਂਦਾ ਉਹਨਾਂ ਦਾ। ਉਹ ਕਹਿੰਦੇ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਨਾਨਕ ਹੋਸੀ ਭੀ ਸੱਚ। ਉਹ ਸਾਰਾ ਕੁਛ ਬੁਲਾਉਂਦੇ ਆ। ਚਲੋ ਉਹਨਾਂ ਦੀ ਭਾਵਨਾ, ਪਰ ਸੰਪਰਦਾਵਾਂ ਜਿਵੇਂ ਪੜ੍ਹਾਇਆ ਜਾਂਦਾ ਉਸੇ ਪ੍ਰਕਾਰ ਆਪਾਂ ਉਹ ਪੜ੍ਹਨਾ। ਅਤੇ ਪਰ ਉਹਨਾਂ ਦੀ ਵੀ ਵੱਡੀ ਖੇਡ ਆ, ਉਹ ਕਿਹੜਾ ਘੱਟ ਨੇ, ਉਹਨੇ ਪੂਰੇ ਬੁਲਾਉਣੇ ਕੀਤੇ ਫਿਰ। ਇਸ ਕਰਕੇ ਉਹ ਜਿਹੜੇ, ਪਰ ਉਹ ਸਿਹਾਰੀ ਨੂੰ ਸਿਹਾਰੀ ਬੁਲਾਇਆ ਉਹਨੇ, ਐਂ ਨੇ ਵੀ ਸਿਹਾਰੀ ਦੀ ਬਿਹਾਰੀ ਨਹੀਂ ਬਣਾਈ। ਹਾਂ ਜੀ, ਇਹ ਆ ਜਿਵੇਂ ਪਾਠ ਹੋ ਰਿਹਾ। ਚਲੋ ਪੜ੍ਹੋ ਜੀ ਅੱਗੇ। ਕਈ ਇੰਦਰ ਬਾਰ ਬੁਹਾਰ। ਇੰਦਰ 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 ਨੂੰ ਕਵਾਂਗੇ ਤੇ ਐਂ ਲਾਇਆ ਵੀਡੀ ਨੂੰ ਲਾ ਲੱਗੀ ਹੁੰਦੀ। ਹਾਂਜੀ, ਇੰਦਰ ਨਹੀਂ ਇੰਦਰ, ਠੀਕ। ਇੰਦਰ ਇੰਦਰ ਸਿਹਾਰੀ ਜਿਹੜੀ ਨੂੰ ਲਾਉਣੇ, ਇੰਦਰ ਇੰਦਰ ਨਹੀਂ ਕਹਿ ਜਾਣਾ। ਕਈ ਇੰਦਰ ਬਾਰ ਬੁਹਾਰ, ਕਈ ਵੇਦ ਔ ਮੁਖ ਚਾਰ, ਕਈ ਰੁਦਰ ਸ਼ੁਦਰ ਸਰੂਪ, ਕਈ ਰਾਮ ਕ੍ਰਿਸ਼ਨ ਅਨੂਪ, ਕਈ ਕੋਕ ਕਾਵ ਪਣੰਤ, ਕਈ ਵੇਦ ਭੇਦ ਕਹੰਤ, ਕਈ ਸ਼ਾਸਤਰ ਸਿਮਰਤ ਬਖਾਨ, ਕਹੂੰ ਕਥਤ ਹੀ ਸੋ ਪੁਰਾਨ, ਕਈ ਅਗਨ ਹੋਤਰ ਕਰੰਤ, ਕਈ ਉਰਦ ਤਾਪ ਦੁਰੰਤ, ਕਈ ਉਰਦ ਬਾਹੁ ਸੰਨਿਆਸ, ਕਹੂੰ ਜੋਗ ਭੇਸ ਉਦਾਸ, ਕਹੂੰ ਨਿਵਲੇ ਕਰਮ ਕਰੰਤ, ਕਹੂੰ ਪਾਉਨ ਆਹਾਰ ਦੁਰੰਤ, ਕਹੂੰ ਤੀਰਥ ਦਾਨ ਅਪਾਰ, ਕਹੂੰ ਜਗ ਕਰਮ ਉਦਾਰ, ਕਹੂੰ ਅਗਨ ਹੋਤਰ ਅਨੂਪ, ਕਹੂੰ ਨਿਆਏ ਰਾਜ ਵਿਭੂਤ, ਕਹੂੰ ਸ਼ਾਸਤਰ ਸਿਮਰਤ ਰੀਤ। ਸ਼ਾਸਤਰ ਦਾ ਕਰਨਾ ਜਿਹੜਾ ਉਹਦਾ ਧਿਆਨ ਰੱਖਿਆ ਜਾਵੇ ਜੀ, ਕਿਤੇ ਸ਼ਾਸਤਰ ਨਾ ਕਹਿ ਜਾਈਏ। ਜਿਵੇਂ ਹੁਣ ਪਾਠ ਸ਼ੁੱਧ ਹੋਇਆ, ਇਸੇ ਪ੍ਰਕਾਰ ਹੀ ਸ਼ਾਸਤਰ ਪਾਠ ਕਰਨਾ। ਫਿਰ ਪੜ੍ਹੋ ਜੀ। ਕਹੂੰ ਸ਼ਾਸਤਰ ਸਿਮਰਤ ਰੀਤ, ਕਹੂੰ ਵੇਦ ਸਿਉ ਵਿਪਰੀਤ, ਕਹੂੰ ਕਈ ਦੇਸ ਭੇਸ ਫਿਰੰਤ, ਕਈ ਏਕ ਠੌਰ ਸਥੰਤ, ਕਹੂੰ ਕਰਤ ਜਲ ਮਹਿ ਜਾਪ, ਕਹੂੰ ਸਹਿਤ ਤਨ ਪਰਤਾਪ, ਕਹੂੰ ਸਹਿਤ ਤਨ ਪਰ ਤਾਪ। ਵੱਖ ਵੱਖ ਕਰਨਾ। ਕਿਤੇ ਕਹੂੰ ਸਹਿਤ ਤਨ ਪ੍ਰਤਾਪ, ਪ੍ਰਤਾਪ ਇਕੱਠਾ ਭਾਰ ਨਹੀਂ ਕਰ ਜਾਣਾ। ਕਹੂੰ ਸਹਿਤ ਤਨ ਪਰ ਤਾਪ, ਇਸ ਪ੍ਰਕਾਰ ਪਾਠ ਕਰਨਾ ਜੀ। ਕਹੂੰ ਸਹਿਤ ਤਨ ਪਰ ਤਾਪ, ਕਹੂੰ ਬਾਸ ਬਨ ਹੈ ਕਰੰਤ, ਕਹੂੰ ਤਾਪ ਤਨ ਹੈ ਸਹੰਤ, ਕਹੂੰ ਗ੍ਰਹਸਤ ਧਰਮ ਅਪਾਰ, ਕਹੂੰ ਰਾਜ ਰੀਤ ਉਦਾਰ, ਕਹੂੰ ਰੋਗ ਰਹਿਤ ਭਰਮ, ਕਹੂੰ ਕਰਮ ਕਰਤ ਅਕਰਮ, ਕਹੂੰ ਸੇਖ ਬ੍ਰਹਮ ਸਰੂਪ, ਕਹੂੰ ਨੀਤ ਰਾਜ ਅਨੂਪ, ਕਹੂੰ ਰੋਗ ਸੋਗ ਬੇਹੀਨ, ਕਹੂੰ ਏਕ ਭਗਤ ਅਧੀਨ, ਕਹੂੰ ਰੰਕ ਰਾਜ ਕੁਮਾਰ, ਕਹੂੰ ਵੇਦ ਵਿਆਸ ਅਵਤਾਰ, ਕਈ ਬ੍ਰਹਮ ਵੇਦ ਰਟੰਤ, ਕਈ ਸੇਖ ਨਾਮ ਉਚਰੰਤ, ਬੈਰਾਗ ਕਹੂੰ ਸੰਨਿਆਸ, ਕਹੂੰ ਫਿਰਤ ਰੂਪ ਉਦਾਸ, ਸਭ ਕਰਮ ਫੋਕਟ ਜਾਨ, ਸਭ ਧਰਮ ਨਿਹਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ, ਤਵ ਪ੍ਰਸਾਦ ਲਗ ਨਿਰਾਜ ਛੰਦ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ। ਉਰੇ ਕਿ ਉਰੇ ਆ? ਉਰੇ ਠੀਕ ਆ। ਇੱਥੇ ਮੇਰੇ ਕੋਲ ਦਰਾਵਾਂ ਨਾਲ, ਪਰ ਉਰੇ ਹਰੀ ਠੀਕ। ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ। ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਭੇ ਹਰੀ, ਈਹਾਂ ਹਰੀ ਊਹਾਂ ਹਰੀ, ਜਿਮੀ ਹਰੀ ਜਮਾ ਹਰੀ, ਅਲੇਖ ਹਰੀ ਅਭੇਖ ਹਰੀ, ਅਦੋਖ ਹਰੀ ਅਦਵੈਖ ਹਰੀ, ਅਕਾਲ ਹਰੀ ਅਪਾਲ ਹਰੀ, ਅਛੇਦ ਹਰੀ ਅਭੇਦ ਹਰੀ, ਅਜੰਤਰ ਹਰੀ ਅਮੰਤਰ ਹਰੀ, ਸੋ ਤੇਜ ਹਰੀ ਅਤੰਤਰ ਹਰੀ, ਅਜਾਤ ਹਰੀ ਅਪਾਤ ਹਰੀ, ਅਮਿਤਰ ਹਰੀ ਅਮਾਤ ਹਰੀ, ਅਰੋਗ ਹਰੀ ਅਸ਼ੋਕ ਹਰੀ, ਅਭਰਮ ਹਰੀ ਅਕਰਮ ਹਰੀ,
ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਭੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਤਪੋ ਹਰੀ ਥਪੋ ਹਾਂਜੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ। ਇਹ ਜਿਹੜੇ ਆ ਭਜੋ ਥਪੋ ਤਪੋ ਜਪੋ ਇਹ ਪੋਲੇ ਪੋਲੇ ਪਾਠ ਕਰਨੇ। ਭੱਜੋ ਥੱਪੋ ਤੱਪੋ ਜਪੋ ਨਹੀਂ ਕਰਨਾ। ਜਿਵੇਂ ਪਾਠ ਹੋਇਆ ਇਸੇ ਪ੍ਰਕਾਰ ਆਪਾਂ ਨੇ ਸਾਰਿਆਂ ਨੇ ਸਮਝ ਲੈਣਾ ਜੀ। ਭਜੋ ਹਰੀ ਜਪੋ ਹਰੀ ਤਪੋ ਹਰੀ ਜਪੋ ਹਰੀ। ਚਲੋ ਅੱਗੇ। ਜਲਾਸ ਤੁਹੀ ਥਲਾਸ ਤੁਹੀ ਨਦੇਸ ਤੁਹੀ ਨਦਾਸ ਤੁਹੀ। ਇਹ ਨਾ ਪਾਠ ਭਾਵੇਂ ਚਾਲ ਵਿੱਚ ਅਸੀਂ ਕਿਵੇਂ ਕਰ ਜਾਈਏ ਪਰ ਜਲਸ ਤੁਹੀਂ ਥਲਸ ਤੁਹੀਂ ਇਹ ਅਰਥ ਮੁਤਾਬਕ ਕਿਵੇਂ ਆਊਗਾ। ਜਲਸ ਤੂੰ ਜਲ ਵਿੱਚ ਵੀ ਆ ਥਲ ਵਿੱਚ ਵੀ ਆ ਨਦੇਸ ਨਦੀਆਂ ਵਿੱਚ ਵੀ ਨਦਸ ਸਮੁੰਦਰ ਵਿੱਚ ਵੀ ਆ ਆਇਆ। ਜਲਸ ਤੁਹੀ ਥਲਸ ਕਈ ਵਾਰੀ ਚਾਲ ਵਿੱਚ ਜਲਸ ਤੁਹੀਂ ਥਲਸ ਤੁਹੀਂ ਨਦਸ ਤੁਹੀਂ ਨਦਸ ਤੁਹੀਂ ਨਦਸ ਤੁਹੀਂ ਨਦਸ ਤੁਹੀਂ ਕਰਦੇ ਜਾਂਦੇ ਆ ਪਰ ਜਿਹੜਾ ਪਾਠ ਦੇ ਅਰਥਾਂ ਮੁਤਾਬਕ ਜਲਸ ਤੁਹੀਂ ਥਲਸ ਤੁਹੀਂ ਨਦਸ ਤੁਹੀਂ ਨਦਸ ਤੁਹੀਂ ਨਦਸ ਸ਼ਰੀ ਨਾਲ ਨਦਸ ਅੱਗੇ ਮੁਕਤ। ਠੀਕ ਹੈ ਹਾਂ ਇਹ ਫੇਰ ਪੜ੍ਹ ਲਓ। ਜਲਸ ਤੁਹੀ ਥਲਸ ਤੁਹੀ ਨਦਸ ਤੁਹੀ ਨਦਸ ਤੁਹੀ ਬ੍ਰਸ਼ਾਸ ਤੁਹੀ ਪਤਾਸ ਇਸ ਤਰ੍ਹਾਂ ਪਤਸ ਪੱਤਿਆਂ 'ਚ ਵੀ ਤੁਸੀਂ ਬਿਰਛਾਂ ਵਿੱਚ ਤੁਸੀਂ ਪਤਸ ਤੁਸੀਂ ਬ੍ਰਸ਼ਾਸ ਬਿਰਛਾ ਤੁਸੀਂ ਬਿਰਛਾਂ ਵਿੱਚ ਹੀ ਤੂੰ ਹੈ ਪਤਸ ਉਹਦੇ ਪੱਤਿਆਂ ਵਿੱਚ ਹੀ ਤੂੰ ਹੈ ਵਾਹਿਗੁਰੂ। ਠੀਕ ਪੱਤੇ ਪੱਤੇ ਉੱਤੇ ਤੇਰਾ ਨਾਂ ਲਿਖਿਆ। ਇਹ ਸਾਖੀ ਬਣਦੀ ਆ ਇੱਕ ਭਗਤ ਜੀ ਦੀ। ਹਾਂ ਜੋ ਗੋਬਿੰਦ ਗੀਤਾ ਲਿਖੀ ਨਾ ਭਗਤ ਜੀ ਨੇ ਤੇ ਉਸ ਟਾਈਮ ਸਾਧ ਸੰਗਤ ਜੀ ਉਹ ਪੱਤਿਆਂ ਦੇ ਨਾਂ ਲਿਖਿਆ ਗਿਆ ਸੀ ਪਰਮੇਸ਼ਰ ਦਾ। ਜਿਹੜੀ ਅਸੀਂ ਦੀਰਘ ਕਥਾ ਕਿਤੇ ਆਇਆ ਇਹਦੇ ਬਾਰੇ ਵਿਚਾਰ ਕਰਾਂਗੇ। ਬਿਰਸ਼ਸ ਤੁਹੀ ਪਤਸ ਤੁਹੀ ਛੇਤਸ ਤੁਹੀ ਉਰਧਸ ਤੁਹੀ ਭਾਜਸ ਤੁਅੰ ਭਾਜਸ ਤੁਅੰ ਰਟਸ ਤੁਅੰ ਠਾਟਸ ਤੁਅੰ ਜਿਮੀ ਤੁਹੀ ਜਮਾ ਤੁਹੀ ਮੱਕੀ ਤੁਹੀ ਮੱਕਾ ਤੁਹੀ ਮੱਕੀ ਤੁਹੀਂ ਮਕਾ ਤੁਹੀਂ ਮੱਕੀ ਮੱਕਾ ਨਹੀਂ ਕਰਨਾ ਭੁੱਲ ਮੱਕੀ ਤੁਹੀਂ ਮਕਾ ਤੁਹੀਂ। ਠੀਕ ਹਾਂ ਮਕੀ ਤੁਹੀ ਮਕਾ ਤੁਹੀ ਮਕਾ ਮਕਾਨਾਂ ਤੋਂ ਭਾਵ ਮਕਾ ਇਹ ਲਮਕਾ ਕੇ ਮੱਕਾ ਨਹੀਂ ਕਰਨਾ ਮੱਕੇ ਤੋਂ ਪਾਠ ਨਹੀਂ ਹੈ ਠੀਕ ਮਕਾਨਾਂ ਤੋਂ ਭਾਵ ਮਕਾ ਤੁਹੀਂ। ਹਾਂਜੀ ਮਕੀ ਤੁਹੀ ਮਕਾ ਤੁਹੀ ਅਭੂ ਤੁਹੀ ਅਭੈ ਤੁਹੀ ਅਸ਼ੂ ਅਸ਼ੂ ਤੁਹੀ ਅਸ਼ੈ ਤੁਹੀ ਅਸ਼ੂ ਅਸ਼ੈ ਆੜੇ ਗੇਤਰ ਲਾ ਕੇ ਹਾਂਜੀ ਜਿਵੇਂ ਅਭੂ ਅਭੈ ਇਵੇਂ ਅਸ਼ੂ ਅਸ਼ੈ ਇਸੇ ਪ੍ਰਕਾਰ ਫਿਰ ਪੜ੍ਹ ਦਿਓ ਅਭੂ ਅਭੂ ਤੁਹੀ ਅਭੈ ਤੁਹੀ ਅਸ਼ੂ ਤੁਹੀ ਅਸ਼ੈ ਤੁਹੀ। ਇਹ ਫਿਰ ਧਿਆਨ 'ਚ ਲਿਆ ਜੀ ਅਸ਼ੂ ਨਹੀਂ ਪਾਠ ਕਰਨਾ ਅਸ਼ੂ ਤੁਹੀਂ ਅਸ਼ੈ ਤੁਹੀਂ ਇਸ ਪ੍ਰਕਾਰ ਪਾਠ। ਜਾਤਸ ਤੁਹੀ ਬ੍ਰਾਤਸ ਤੁਹੀ ਗਤਸ ਤੁਹੀ ਮਤਸ ਤੁਹੀ 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 ਤੁਹੀ। ਹਾਂਜੀ ਇਹ ਤੁਹੀ 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 ਇਹ ਜਿਹੜਾ ਪਾਠ ਹੈ 16 ਵਾਰ ਇੱਥੇ ਆਉਂਦਾ। ਇਹ ਗਿਣਤੀ ਕਰਨੀ ਚਾਹੀਦੀ ਧਿਆਨ ਨਾਲ ਪਾਠ ਕਰਨਾ ਚਾਹੀਦਾ ਸਾਵਧਾਨੀ ਨਾਲ। ਤੋ ਇਹਦੇ 'ਤੇ ਇੱਕ ਮਹਾਂਪੁਰਸ਼ ਆਪਣੇ ਇਹਦੇ ਬਾਰੇ ਉਥਾਨਕਾ ਕਹਿ ਲਓ ਜਾਂ ਕੁਛ ਬਚਨ ਵੀ ਸੁਣਾਉਂਦੇ ਹੁੰਦੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਨ ਕਰ ਰਹੇ ਨੇ। ਲਿਖਣ ਵਾਲੇ ਲਿਖਾਰੀ ਜੀ ਗੁਰੂ ਕੇ ਪਿਆਰੇ ਸਿੱਖ ਲਿਖੀ ਜਾ ਰਹੇ ਨੇ। ਉੱਪਰੋਂ ਸਾਰੀ ਬਾਣੀ ਲਿਖੀ ਜਾ ਰਹੇ ਨੇ। ਜਿਵੇਂ ਤੁਸੀਂ ਆਪਾਂ ਪੜ੍ਹੇ ਹੁਣੇ ਪੜ੍ਹਿਆ ਗ੍ਰੇ ਹਰੀ ਗੁਫੇ ਹਰੀ ਛਿਤੇ ਹਰੀ ਨਭੇ ਹਰੀ ਇਹਾਂ ਹਰੀ ਉਹਾਂ ਹਰੀ ਜਿਵੇਂ ਹਰੀ ਜਵਾਂ ਹਰੀ। ਇਸੇ ਪ੍ਰਕਾਰ ਅਗਲੇ ਜੋ ਛੰਦ ਹਨ ਉਹ ਸਾਰੇ ਗੁਰੂ ਪਾਤਸ਼ਾਹ ਲਿਖੀ ਜਾ ਰਹੇ ਨੇ। ਸਿੱਖ ਪਿਆਰੇ ਲਿਖੀ ਜਾ ਰਹੇ ਗੁਰੂ ਮਹਾਰਾਜ ਜੀ ਉਚਾਰਨ ਕਰੀ ਜਾ ਰਹੇ ਨੇ। ਉਚਾਰਦਿਆਂ ਇਹ ਬਾਣੀ ਦੇ ਸੱਚੇ ਪਾਤਸ਼ਾਹ ਜੀ ਉਚਾਰਨ ਜਦੋਂ ਕਰ ਰਹੇ ਸਨ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਸਮਾਧੀ ਸਥਿਤ ਸਨ
ਅਤੇ ਉਹ ਜਦੋਂ ਇਹ ਅਖੀਰਲਾ ਛੰਦ ਜਿਹੜਾ ਆਪਾਂ ਹੁਣੇ ਪੜ੍ਹਿਆ 16 ਵਾਰੀ ਆਇਆ 2 ਛੰਦਾਂ 'ਚ, ਤੁਹੀਂ 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 ਬਿਰਤੀ ਲਾਗੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ। ਤੋ ਇਸ ਪ੍ਰਕਾਰ ਤੁਹੀਂ 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 ਕਹਿੰਦੇ ਆ ਸਾਧ ਸੰਗਤ ਜੀ। ਉਹ ਸੁਰਤੇ ਬਿਰਤੇ ਦੇ ਵਿੱਚ ਬਹੁਤ ਵਾਰੀ ਇਹ ਸ਼ਬਦ ਆਪਣੇ ਮੁਖਾਰਬਿੰਦ ਤੋਂ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਉਹਦੀ ਉਸਤਤ ਕਰਦਿਆਂ ਮਹਾਰਾਜ ਨੇ ਆਪਣੇ ਸਵੈ ਸਰੂਪ ਦੀ ਇਹ ਕਹਿੰਦੇ ਵੀ 16 ਪੱਤਰੇ ਹੋ ਗਏ ਸਨ। ਇਸ ਪ੍ਰਕਾਰ ਆਪਣੀ ਰਸਨਾ ਤੋਂ ਉਚਾਰਨ ਕੀਤਾ ਮਹਾਰਾਜ ਜੀ ਨੇ। ਸੱਚੇ ਪਾਤਸ਼ਾਹ ਸਮਾਧੀ ਉਪਰੰਤ ਹੋਏ ਗੁਰੂ ਕੇ ਪਿਆਰੇ ਸਿੱਖਾਂ ਨੇ ਬੇਨਤੀ ਕੀਤੀ, ਭਾਈ ਮਨੀ ਸਿੰਘ ਜੋ ਪ੍ਰਮੁੱਖ ਸਨ ਸਿੱਖਾਂ ਵਿੱਚੋਂ ਲਿਖਾਰੀਆਂ ਵਿੱਚੋਂ, ਮਹਾਰਾਜ ਜੀ ਉਹ ਜੋ ਆਪ ਜੀ ਨੇ ਇਹ ਕਿਰਪਾਲਤਾ ਕੀਤੀ ਆ ਬਾਣੀ ਉਚਾਰਨ ਕਰ ਰਹੇ ਸੋ ਤੋ ਇਹ 16 ਮਹਾਰਾਜ ਜੀ ਪੱਤਰੇ ਬਣ ਗਏ ਨੇ। ਕਈਆਂ ਸਿੱਖਾਂ ਤੋਂ ਇਹ ਵੀ ਸੁਣਿਆ ਵੀ 16,000 ਵਾਰੀ ਲਿਖਿਆ ਗਿਆ ਮਹਾਰਾਜ ਜੀ। ਅਤੇ ਪਾਤਸ਼ਾਹ ਮਹਾਰਾਜ ਸਿੱਖਾਂ ਪੈਰਾਂ ਨੇ ਆਪਦੀ ਬਾਣੀ ਦੇ ਪਾਠ ਵੀ ਕਰਦੇ ਨੇ ਮਹਾਰਾਜ ਜੀ। ਉਹ ਸਹਿਜ ਪਾਠ ਵੀ ਕਰਦੇ ਨੇ, ਅਖੰਡ ਪਾਠ ਵੀ ਕਰਦੇ ਨੇ, ਜਿਵੇਂ ਜਿਸ ਪ੍ਰਕਾਰ ਜਿਸ ਦੇ ਸਮੇਂ 'ਚ ਹੋ ਰਹੇ ਨੇ। ਤੋ ਮਹਾਰਾਜ ਇਹ ਬਾਣੀ ਇੰਨੀ ਵੀਰ ਸ਼ੁੱਧ ਫਿਰ ਪੜ੍ਹੀ ਨਹੀਂ ਜਾਣੀ, ਇਹਦੇ ਬਾਰੇ ਕੋਈ ਆਪ ਕਿਰਪਾਲਤਾ ਕਰੋ। ਮਹਾਰਾਜ ਦੇ ਕਲਗੀਧਰ ਪਾਤਸ਼ਾਹ ਕਹਿੰਦੇ ਇਉਂ ਕਰੋ ਵੀ ਬਾਕੀ ਸਾਰਾ ਗੁਪਤ ਕਰ ਲਓ, 16 ਵਾਰ ਰੱਖ ਲਓ, 16 ਵਾਰ ਰੱਖ ਲਓ ਤਾਂ ਤੁਹਾਨੂੰ 16,000 ਵਾਰੀ ਪੜ੍ਹਨ ਦਾ ਇਹਦਾ ਪੁੰਨ ਲੱਗੇਗਾ। ਐਸੀ ਅਕਾਲ ਉਸਤਤ ਬਾਣੀ ਹੈ। ਜਿਸ ਪ੍ਰਕਾਰ ਸ਼ਬਦ ਹਜ਼ਾਰੇ ਆਦਿ ਮਹਾਰਾਜ ਦੀ ਬਾਣੀ ਦਸਮ ਦੀ ਵੀ ਬਾਣੀ ਹੈ। ਆਦਿ ਮਹਾਰਾਜ ਦੀ ਬਾਣੀ ਦੇ 7 ਸ਼ਬਦ ਨੇ ਸ਼ਬਦ ਹਜ਼ਾਰਿਆਂ ਦੇ। ਉਹਦਾ ਸ਼ਬਦ ਹਜ਼ਾਰੇ ਨਾਂ ਹੀ ਤਾਂ ਹੈ ਵੀ ਹਜ਼ਾਰੇ ਦੇ ਸ਼ਬਦ, ਇੱਕ ਸ਼ਬਦ ਪੜ੍ਹਨ ਦਾ 1000 ਸ਼ਬਦ ਪੜ੍ਹਨ ਜਿੰਨਾ ਉਹਦਾ ਭਾਵ ਪੁੰਨ ਲੱਗਣਾ ਸਾਧ ਸੰਗਤ ਜੀ, ਫਲ ਮਿਲੇਗਾ। ਅਤੇ ਇਸੇ ਪ੍ਰਕਾਰ ਹੀ ਦਸਮ ਪਾਤਸ਼ਾਹ ਦੇ ਜੋ ਸ਼ਬਦ ਹਜ਼ਾਰੇ ਨੇ, ਰੇ ਮਨ ਐਸੋ ਕਰ ਸਨਿਆਸਾ ਬੰਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ, ਉਹ 10 ਸ਼ਬਦ ਨੇ। ਉਹ ਵੀ ਜਿਹੜੇ ਪੁਰਾਤਨ ਮਹਾਂਪੁਰਸ਼ ਗੁਰੂ ਕੇ ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅੰਤਰ ਭਾਵਨਾ ਨੂੰ ਜਾਣਨ ਵਾਲੇ, ਉਹ ਕਹਿੰਦੇ ਵੀ ਉਹ 10 ਸ਼ਬਦ ਪੜ੍ਹਨਾ ਦਾ 10,000 ਵਾਰੀ ਪੜ੍ਹਨ ਜਿੰਨਾ ਫਲ ਪ੍ਰਾਪਤ ਹੁੰਦਾ। ਅਤੇ ਉਸੇ ਪ੍ਰਕਾਰ ਹੀ ਇੱਥੇ ਹੈ ਕਿ ਉਹ 16 ਵਾਰੀ ਧਿਆਨ ਨਾਲ ਪੜ੍ਹਿਆ ਜਾਵੇ ਅਤੇ 16,000 ਵਾਰੀ ਤੁਹੀਂ ਕਰਕੇ ਭਜਨ ਕਰਨ ਦਾ ਪਰਮੇਸ਼ਰ ਜੀ ਦਾ ਫਲ ਦੀ ਪ੍ਰਾਪਤੀ ਹੋਣੀ ਹੈ। ਉਹ ਬਾਣੀ ਪਰ ਸਾਨੂੰ ਬਹੁਤ ਧਿਆਨ ਰੱਖ ਕੇ ਬਾਣੀ ਪੜ੍ਹਨੀ ਪਵੇਗੀ ਸਾਧ ਸੰਗਤ ਜੀ। ਕਿਤੇ 16 ਵਾਰੀ ਸਾਨੂੰ ਮੈਨੂੰ ਪੜ੍ਹਨ ਦੇ ਵਿੱਚ ਕਿਤਨਾ ਸਾਨੂੰ ਸਾਵਧਾਨੀ ਹੁਣ ਰੱਖਣੀ ਪੈਂਦੀ ਆ। ਅਤੇ ਜੇ 16,000 ਵਾਰੀ ਤਾਂ ਸਾਡੇ ਕੋਲੋਂ ਬਿਲਕੁਲ ਹੀ ਪਾਠ ਵਿੱਚ ਅੰਤਰ ਆ ਜਾਣਾ ਸੀ, ਖੰਡਨ ਮੰਡਨ ਹੋ ਜਾਣਾ ਸੀ। ਇਹ ਇੱਥੇ 16 ਵਾਰੀ ਆਇਆ ਹੈ, ਜਿਹਦਾ ਪੜ੍ਹਨ ਦਾ ਭਾਵ ਬਹੁਤ ਫਲ ਪ੍ਰਾਪਤ ਹੁੰਦਾ ਹੈ। ਅਤੇ ਹੁਣ ਪੜ੍ਹਨਾ ਕਿ ਸਮਾਪਤੀ ਕਰਦੇ ਹੈ ਜੀ। ਸਾਧ ਸੰਗਤ ਜੀ ਹੁਣ ਇੱਥੇ ਸੰਘਾ ਪਿਆਰਾਂ ਦਾ ਗੁਰਮਤਿ ਵੀ ਫਤਿਹ ਕਰੀਏ। ਇਹ ਬਈ 70 ਅੰਕ ਤੱਕ ਆਪਾਂ ਇੱਥੇ ਪਾਠ ਕਰ ਲਿਆ। ਅਕਾਲ ਸਾਹਿਬ ਜੀ ਦਾ ਅੰਗ 17 ਅੰਗ 10ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਇਆ ਹੈ। ਅਤੇ ਅਗਲਾ ਪਾਠ ਆਪਾਂ ਫਿਰ ਅਗਲੇ ਸਮੇਂ 'ਚ ਵਿਚਾਰਾਂਗੇ। ਗੁਰੂ ਪਾਤਸ਼ਾਹ ਰਹਿਮਤ ਕਰਨ। ਮਹਾਰਾਜ ਦੀ ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਬਹੁਤ ਭੁੱਲਾਂ ਦੀ ਖਿਮਾ ਜੋ ਹੋਈ ਹੈ ਉਹਦੀ ਗਲਤੀ ਸੱਚੇ ਪਾਤਸ਼ਾਹ ਤੋਂ ਮੰਗੀਏ। ਅੱਗੇ ਵਾਸਤੇ ਮਹਾਰਾਜ ਕਿਰਪਾਲਤਾ ਕਰੋ, ਦਇਆ ਕਰੋ। ਸੋਧੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ੋ ਜੀ। ਹੋਰ ਇੱਥੇ ਸਮਾਪਤੀ ਹੈ। ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।